ਮਾਓ ਸੇ ਤੁੰਗ ਨੇ ਕਿਹਾ ਸੀ ਸੱਤਾ ਬੰਦੂਕ ਦੀ ਨਲੀ ਚੋਂ ਨਿਕਲ ਜਾਣੀ ਤਾਕਤ। ਸਾਰੇ ਪੰਜਾਬ ਕੋਲ ਹਥਿਆਰ ਹੋਣੇ ਚਾਹੀਦੇ। 3.5 ਲੱਖ ਹਥਿਆਰ ਆ ਪੰਜਾਬ ਦੇ ਵਿੱਚ, ਠੀਕ ਹੈ, ਤੇ ਸਾਡੇ ਕੋਲ 3.5 ਲੱਖ ਹੀ ਹਥਿਆਰ ਆ। ਮੈਂ ਤਾਂ ਕਹਿੰਦਾ ਗਿਣਤੀ ਘੱਟ ਆ ਸਾਡੇ ਕੋਲ ਹਥਿਆਰਾਂ। ਪੰਜਾਬੀਆਂ ਕੋਲ ਗਾਣਿਆਂ 'ਚ ਹੀ ਹਥਿਆਰ ਰਹਿ ਗਏ। ਗਾਣੇ ਵਾਲੇ ਹਥਿਆਰ ਵੀ ਹੁਣ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਤੁਹਾਨੂੰ ਕਿਉਂ ਲੱਗਦਾ ਹਥਿਆਰ ਜ਼ਰੂਰੀ ਨੇ ਜਦੋਂ ਕਿ ਦੁਨੀਆ 'ਚ ਤਾਂ ਪੀਸ ਮੂਵਮੈਂਟ ਦੀ ਗੱਲ ਹੁੰਦੀ ਹੈ, ਸ਼ਾਂਤੀ ਦੀ ਗੱਲ ਹੁੰਦੀ ਹੈ। ਆਸ਼ਕ ਤਾਂ ਬਣ ਸਕਦਾ ਕੋਈ ਗਾਣਾ ਸੁਣ ਕੇ ਲੱਕ 22 ਵਰਗਾ, ਕਿਉਂਕਿ ਉਹਦੇ 'ਚ ਰਿਸਕ ਬਹੁਤ ਘੱਟ ਆ। ਪਰ ਕੋਈ ਗੈਂਗਸਟਰ ਬਣਦਾ ਮੈਂ ਗਾਣੇ ਸੁਣ ਕੇ ਨਹੀਂ ਬਣਦਾ। ਸਮਾਜ ਦੇ ਹੋਰ ਬੜੀਆਂ ਵੱਡੀਆਂ ਸਟਰਕਚਰਲ ਪ੍ਰੋਬਲਮਸ ਆ ਜਿਹਦੇ ਕਰਕੇ ਕੋਈ ਗੈਂਗਸਟਰ ਬਣਦਾ ਜਾਂ ਉਸ ਰਾਹ ਚੱਲਦਾ। ਕੁਲਦੀਪ ਮਾਣਕ ਦੀਆਂ ਕਲੀਆਂ ਉਹ ਗਾਉਂਦਾ ਕਿ ਵੀ ਸਦਾ ਸੂਰਮੇ ਸਮਝਣ ਧੀ ਤੇ ਭੈਣ ਪਗਾਨੀ ਨੂੰ, ਉੱਥੇ ਹਥਿਆਰ ਵੀ ਗਲੋਰੀਫਾਈ ਕਰਦਾ ਹੈ। ਅਲਟੀਮੇਟਲੀ ਉਹ ਵੈਪਨ ਹੀ ਜਸਟਿਸ ਦਵਾਉਂਦਾ ਹੈ ਨਾ ਉਹਨੂੰ। ਕੀ ਉਹ ਗਾਣਾ ਗਲਤ ਹੈ? ਕੀ ਉਹ ਗਾਣਾ ਗਲਤ ਕੋਈ ਕਰੂਗਾ? ਗਲੋਰੀਫਿਕੇਸ਼ਨ ਤਾਂ ਹਥਿਆਰ ਦੀ ਹੋ ਰਹੀ ਹੋ ਸਕਦਾ ਕੱਲ ਨੂੰ ਕੋਈ ਢਾਡੀ ਵਾਰ ਦੇ ਉੱਤੇ ਵੀ ਪਰਚਾ ਦਰਜ ਕਰਨ ਤੱਕ ਪਹੁੰਚ ਜੀ। ਆਪਾਂ ਉਹ ਵੀ ਤਾਂ ਜਿਹਦੇ ਗਾਣਾ IPC ਦੇ ਸੈਕਸ਼ਨ 'ਚ ਆ ਜਾਊਗੀ ਫਿਰ ਤੋਂ ਕਿ ਵੀ ਇਹ ਤਾਂ ਉਕਸਾ ਰਿਹਾ ਜੀ। ਮੈਂ ਕਹਿ ਰਿਹਾ ਕਿ ਇਸ ਪੂਰੇ ਵਰਤਮਾਨ ਦੀ ਗਾਇਕੀ 'ਚ ਹਥਿਆਰਾਂ ਦੇ ਗਲੋਰੀਫਿਕੇਸ਼ਨ ਨੂੰ ਹਿਸਟਰੀ ਦੇ ਇਸ ਪਰਸਪੈਕਟਿਵ ਨਾਲ ਜੋੜ ਦੇਣਾ ਜਸਟੀਫਾਈਡ ਆ। ਕੀ ਤੁਸੀਂ ਕਿਸੇ ਇਨਸਰਕਸ਼ਨ ਤੋਂ ਡਰਦੇ ਹੋਏ ਆਪਦੇ ਲੋਕਾਂ ਨੂੰ ਦਬਾਉਣ ਵਾਸਤੇ ਤਾਂ ਨਹੀਂ ਕਿਤੇ ਜੇ ਨੈਰੇਟਿਵ ਘੜ ਰਹੇ ਕਿ ਜੀ ਗਲੋਰੀਫਾਈ ਹੋ ਰਿਹਾ ਜੀ, ਅਸੀਂ ਬੋਲਣ ਨਹੀਂ ਦੇਣੇ ਜੀ, ਜਾਂ ਇਹ ਗੱਲ ਨਹੀਂ ਕਰਨ ਦੇਣੀ ਵੀ ਹਥਿਆਰਾਂ ਨੂੰ ਗਲੋਰੀਫਾਈ? ਭਗਵੰਤ ਮਾਨ ਦੇ ਜਿਹੜਾ ਡਿਸੀਜ਼ਨ ਆਗਾ ਤੁਹਾਨੂੰ ਉਹਦੇ ਨਾਲ ਇਤਰਾਜ਼ ਆ? CM ਦੇ ਡਿਸੀਜ਼ਨ ਨਾਲ ਤੁਹਾਨੂੰ ਇਤਰਾਜ਼ ਆ? ਵਾਇਲੈਂਸ ਦਾ ਨੇਚਰ ਦਾ ਆਪਦਾ ਇੱਕ ਹਿੱਸਾ ਹੈ। ਵਾਇਲੈਂਸ ਤੋਂ ਬਗੈਰ ਨੇਚਰ ਹੀ ਨਹੀਂ। ਹਥਿਆਰਾਂ ਨੂੰ ਹੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਕਿ ਹਥਿਆਰ ਹੀ ਬੰਦ ਹੋ ਜਾਣੇ ਚਾਹੀਦੇ ਆ, ਠੀਕ ਹੈ, ਉਹ ਵੀ ਗਲਤ ਹੈਗਾ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਥਿਆਰ ਸਟਵਾਏ ਗਏ ਜਦੋਂ ਅੰਗਰੇਜ਼ ਸਾਮਰਾਜ ਆਉਂਦਾ ਹੈ। ਫਿਰ ਇਹਦਾ ਰਾਹ ਕੀ ਹੈ? ਮੈਂ ਜੇ ਪੁੱਛਾਂ ਵੀ ਅਜੇਪਾਲ ਬਰਾੜ ਕੋਲ ਇਹਦਾ ਹੱਲ ਕੀ ਹੈ? ਜਿਹੜੀ ਸਾਡੀ ਸੁਸਾਇਟੀ ਇੰਨੀ ਜ਼ਿਆਦਾ ਹਥਿਆਰਾਂ ਦੀ ਰੈਡੀਕਲਾਈਜੇਸ਼ਨ ਕਹਿ ਲਓ ਉਹਨੂੰ, ਜਾਂ ਹਥਿਆਰਾਂ ਦੀ ਗਲੋਰੀਫਿਕੇਸ਼ਨ ਕਹਿ ਲਓ, ਜਾਂ ਹਥਿਆਰ ਸੈਂਟਰਿਕ ਹੋ ਜੇ, ਸਾਡਾ ਯੂਥ ਉਧਰ ਨੂੰ ਐ ਚਲਾ ਜਾਵੇ, ਉਹ ਬੜੀਆਂ ਉਹ ਵੀ ਤਰਾਸਦੀਆਂ ਨੇ। ਕਿੰਨੇ ਮੁੰਡੇ ਜਾਂਦੇ। ਹਿੰਦੁਸਤਾਨੀ ਸਟੇਟ ਇਹ ਕਹਿੰਦੀ ਹੈ ਵੀ 50 ਕਿਲੋਮੀਟਰ ਤੱਕ ਜੀ BSF ਦਾ ਘੇਰਾ ਚਾਹੀਦਾ, ਕਿਉਂਕਿ ਇੱਥੇ ਖਤਰਾ ਹੈ ਦੁਸ਼ਮਣ ਦਾ। ਜੇ ਦੁਸ਼ਮਣ ਦਾ ਖਤਰਾ ਤਾਂ ਹਥਿਆਰ ਫੋੜ ਦਿਓ। ਤਾਂ ਸਾਹਮਣੇ ਆਪਣੇ ਯੂਕਰੇਨ ਦਾ ਐਗਜ਼ਾਮਪਲ ਹੈਗਾ ਕਿ ਹਥਿਆਰ ਹੋਣਗੇ ਉਹ ਠੱਲ ਹੀ ਪਾਉਣਗੇ ਦੁਸ਼ਮਣ, ਜਾਂ ਇਹ ਕਹੋ ਕਿ ਅਸੀਂ ਉਹਨਾਂ ਨੂੰ ਦਬਾਉਣਾ ਹੈਗਾ। ਮਤਲਬ ਕਦੇ ਐ ਨਹੀਂ ਹੋਊ ਕੋਈ ਸੁਸਾਇਟੀ ਕਦੇ ਪੂਰਨ ਤੌਰ ਤੇ ਹਥਿਆਰ ਮੁਕਤ ਨਹੀਂ ਹੋ ਸਕਦੀ। ਕੋਈ ਸੁਸਾਇਟੀ ਕਦੇ ਵੀ ਬਿਨਾਂ ਕਨਫਲਿਕਟ ਤੋਂ ਨਹੀਂ ਹੋ ਸਕਦੀ। ਹਥਿਆਰ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਆ। ਹਥਿਆਰ ਅਨਿੱਖੜਵਾਂ ਅੰਗ ਰਿਹਾ ਇਸ। ਤੁਸੀਂ ਆਪਦੇ ਬੱਚਿਆਂ ਨੂੰ ਦਿੰਦੇ ਹੋ ਟ੍ਰੇਨਿੰਗ? ਫਿਰ ਇਹਦਾ ਹੱਲ ਕੀ ਹੈ? ਮੈਂ ਜਿਵੇਂ ਤਾਂ ਮੰਨ ਲਓ ਤੁਸੀਂ ਭਗਵੰਤ ਮਾਨ ਨੂੰ ਤੁਸੀਂ ਕੋਈ ਹੱਲ ਦੇਣਾ ਹੋਵੇ ਵੀ ਆਹ ਮਾਨ ਸਾਹਿਬ ਆਹ ਹੱਲ ਆ, ਦੱਸੋ ਕੀ ਹੱਲ ਆ? ਦੁਨੀਆ ਤੇ ਹਥਿਆਰਾਂ ਦੀ ਗਲੋਰੀਫਿਕੇਸ਼ਨ ਵੀ ਬਹੁਤ ਹੁੰਦੀ ਹੈ ਤੇ ਹਥਿਆਰਾਂ ਤੋਂ ਮੁਕਤੀ ਦੀ ਗੱਲ ਵੀ ਉਨੀ ਹੀ ਹੁੰਦੀ ਹੈ। ਖਾਸ ਤੌਰ ਤੇ ਦੂਜੇ ਵਿਸ਼ਵ ਯੁੱਧ ਦੇ ਨਤੀਜੇ ਭੁਗਤਣ ਤੋਂ ਬਾਅਦ ਦੁਨੀਆ 'ਚ ਪੀਸ ਮੂਵਮੈਂਟ ਚੱਲੀ, ਸ਼ਾਂਤੀ ਦੀ ਲਹਿਰ, ਹਥਿਆਰਾਂ ਤੋਂ ਮੁਕਤੀ ਦੀ ਲਹਿਰ, ਖਾਸ ਤੌਰ ਦੇ ਉੱਤੇ ਪਰਮਾਣੂ ਬੰਬਾਂ ਤੋਂ ਮੁਕਤੀ ਦੀ ਲਹਿਰ। ਪਰ ਇਹ ਵੀ ਕਿਹਾ ਜਾਂਦਾ ਕਿ ਸੱਤਾ ਹਮੇਸ਼ਾ ਤਾਕਤ ਨਾਲ ਹੀ ਹਥਿਆਈ ਜਾਂਦੀ ਹੈ ਤੇ ਤਾਕਤ ਦਾ ਵੱਡਾ ਬਿੰਬ ਹਥਿਆਰ ਹੀ ਰਹੇ ਨੇ। ਇਸੇ ਕਰਕੇ ਸ਼ਾਇਦ ਮਾਓ ਸੇ ਤੁੰਗ ਨੇ ਕਿਹਾ ਸੀ ਸੱਤਾ ਬੰਦੂਕ ਦੀ ਨਲੀ ਚੋਂ ਨਿਕਲ ਜਾਣੀ ਤਾਕਤ। ਇਸੇ ਤਰ੍ਹਾਂ ਬਹੁਤ ਸਾਰੇ ਹਵਾਲੇ ਗੁਰਬਾਣੀ 'ਚ ਵੀ ਨੇ, ਬਹੁਤ ਸਾਰੇ ਹਵਾਲੇ ਗੁਰੂ ਕਾਲਵੇਲ ਦੇ ਨੇ, ਜਦੋਂ ਇਹ ਵੀ ਕਿਹਾ ਗਿਆ ਸ਼ਸਤਰਨ ਕੇ ਅਧੀਨ ਹੈ ਰਾਜ। ਇਸੇ ਤਰੀਕੇ ਦੇ ਨਾਲ ਦੁਨੀਆ 'ਚ ਇਹ ਵੀ ਕਿਹਾ ਜਾਂਦਾ ਕਿ ਕੁਦਰਤ ਵੀ ਮਨੁੱਖ ਨੂੰ ਹਥਿਆਰ ਦਿੰਦੀ ਹੈ ਲੜਨ ਦੇ। ਬਹੁਤ ਸਾਰੇ ਹਥਿਆਰ ਕਹੇ ਜਾਂਦੇ ਨੇ ਜੋ ਕੁਦਰਤੀ ਤੌਰ 'ਤੇ ਨੇ ਮਨੁੱਖ ਕੋਲੇ, ਜਿਨ੍ਹਾਂ 'ਚੋਂ ਕੋਈ ਵੀ ਜਿਹੜੀ ਕਿਰਿਆ ਕਰਦਾ ਮਨੁੱਖਤਾ ਉਹਦੇ ਨਾਲ ਜੁੜੀ ਹੁੰਦੀ ਹੈ। ਇਹ ਗੱਲਾਂ ਬਾਤਾਂ ਕਿਉਂ ਹੋ ਰਹੀਆਂ ਨੇ? ਕਿਉਂਕਿ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਅੰਦਰ ਜਿਹੜੇ ਵੀ ਗਾਇਕ ਹਥਿਆਰਾਂ ਵਾਲੇ ਗਾਣੇ ਗਾਉਣਗੇ ਉਹਨਾਂ ਦੇ ਉੱਤੇ FIR ਤੱਕ ਹੋ ਸਕਦੀ ਹੈ। ਤਾਂ ਦੁਨੀਆ ਦੇ ਅੰਦਰ ਬਹੁਤ ਸਾਰੀ ਚਰਚਾ, ਸੈਂਸਰਸ਼ਿਪ ਦੀ ਵੀ ਚਰਚਾ, ਕਲਾ ਦੇ ਅੰਦਰ ਕੀ ਆਵੇ ਕੀ ਨਾ ਆਵੇ, ਕਿਸੇ ਗੱਲ ਦੀ ਗਲੋਰੀਫਿਕੇਸ਼ਨ ਕਿੰਨੀ ਹੋਵੇ, ਉਹ ਡਿਬੇਟ ਹੀ ਕਿਹੜੀ ਕਹਿੰਦੇ ਜਿਹਦਾ ਕੋਈ ਸਿੱਟਾ ਨਿਕਲ ਜੇ। ਖਾਸ ਤੌਰ 'ਤੇ ਹਥਿਆਰਾਂ ਵਾਲੀ ਡਿਬੇਟ ਦਾ ਸਿੱਟਾ ਅੱਜ ਤੱਕ ਨਿਕਲਿਆ। ਸਾਡੇ ਨਾਲ ਅਜੇਪਾਲ ਬਰਾੜ ਨੇ, ਜਿਨ੍ਹਾਂ ਨੇ ਫੇਸਬੁੱਕ ਦੇ ਉੱਤੇ ਵੀ ਲਿਖਿਆ, ਸਾਨੂੰ ਲੱਗਿਆ ਉਹਨਾਂ ਨਾਲ ਚਰਚਾ ਹੋਣੀ ਚਾਹੀਦੀ ਹੈ। ਹਥਿਆਰਾਂ ਤੋਂ ਮੁਕਤ ਹੋਣੀ ਚਾਹੀਦੀ ਹੈ ਦੁਨੀਆ, ਜਾਂ ਹਥਿਆਰਾਂ ਨਾਲ ਹੀ ਚੱਲੇਗੀ ਦੁਨੀਆ। ਸਵਾਗਤ ਹੈ ਬਰਾੜ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ ਲੱਗਿਆ ਤੁਹਾਨੂੰ? ਤੁਸੀਂ ਕਿਹਾ ਇਹ ਤਾਂ ਜਿਹੜੇ ਪੰਜਾਬੀਆਂ ਕੋਲ ਗਾਣਿਆਂ 'ਚ ਹੀ ਹਥਿਆਰ ਰਹਿ ਗਏ। ਗਾਣੇ ਵਾਲੇ ਹਥਿਆਰ ਵੀ ਹੁਣ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ। ਤੁਹਾਨੂੰ ਕਿਉਂ ਲੱਗਦਾ ਹਥਿਆਰ ਜ਼ਰੂਰੀ ਨੇ ਜਦੋਂ ਕਿ ਦੁਨੀਆ 'ਚ ਤਾਂ ਪੀਸ ਮੂਵਮੈਂਟ ਦੀ ਗੱਲ ਹੁੰਦੀ ਹੈ, ਸ਼ਾਂਤੀ ਦੀ ਗੱਲ ਹੁੰਦੀ ਹੈ? ਸੈਕੰਡ ਵਰਲਡ ਵਾਰ ਤੋਂ ਬਾਅਦ ਬਾਰ-ਬਾਰ ਕਿਹਾ ਗਿਆ ਕਿ ਆਪਾਂ ਸ਼ਾਂਤੀ ਨਾਲ ਰਹੀਏ, ਸਾਰਾ
ਸਾਰੀ ਦੁਨੀਆ ਸ਼ਾਂਤੀ ਦੇ ਨਾਲ ਰਹੇ। ਦੇਖੋ, ਦੁਨੀਆ ਸ਼ਾਂਤੀ ਨਾਲ ਰਹਿਣੀ ਚਾਹੀਦੀ ਹੈ, ਉਹਦੇ 'ਚ ਕੋਈ ਦੋ ਰਾਏ ਨਹੀਂ। ਅਤੇ ਜਿਹੜੀ ਮੌਜੂਦਾ ਸ਼ਾਂਤੀ ਬਣੀ ਵੀ ਆ ਉਹ ਇੱਕ ਬੈਲੈਂਸ ਆਫ ਪਾਵਰ 'ਚੋਂ ਨਿਕਲੀ ਵੀ ਆ ਕਿ ਦੁਨੀਆ ਦੇ ਵਿੱਚ ਤਵਾਜ਼ਨ ਬਣਿਆ ਹੋਇਆ, ਪਾਵਰ ਦੀ ਬੈਲੈਂਸ ਹੋਈ ਵੀ ਆ। ਉਹ ਨਹੀਂ ਸ਼ਾਂਤੀ ਹੈਗੀ, ਉਹ ਇੱਕ ਦੂਜੇ ਨੂੰ ਖਾ ਜਾਣਗੇ, ਹੈ ਨਾ। ਜਿਹੜੀ ਇਹ ਬੈਲੈਂਸ ਆਫ ਪਾਵਰ 'ਚੋਂ ਇਹ ਸ਼ਾਂਤੀ ਨਿਕਲੀ ਵੀ ਆ, ਅਤੇ ਉਹ ਬੈਲੈਂਸ ਆਫ ਪਾਵਰ ਨਿਕਲਿਆ ਕਿੱਥੋਂ? ਨਿਕਲਿਆ ਤੇ ਹਥਿਆਰਾਂ ਦੀ ਉਹਦੇ ਵਿੱਚੋਂ ਹੀ ਆ ਨਾ, ਕਿ ਵੀ ਸਾਰੇ ਰੈਡੀ ਫੋਰ ਵਾਰ ਹੈਗੇ ਆ, ਤਾਂ ਹੀ ਉਹ ਸ਼ਾਂਤੀ ਹੈਗੀ ਆ। ਨਹੀਂ ਤਾਂ ਅਦਰਵਾਈਜ਼ ਕੋਈ ਸ਼ਾਂਤੀ ਵਾਲੀ ਗੱਲ ਨਹੀਂ ਗੀ ਇੱਥੇ, ਮਤਲਬ ਅਦਰਵਾਈਜ਼ ਸ਼ਾਂਤੀ ਨਹੀਂ ਗੀ। ਮਤਲਬ ਕੋਈ ਆਪਾਂ ਕਹੀਏ ਕਿ ਦੂਸਰੀ ਗੱਲ ਮਿਡੇਵਲ ਹਿਸਟਰੀ 'ਚ ਤਾਂ ਨਹੀਂ ਹੁੰਦਾ ਸੀ, ਜਾਂ ਆਪਾਂ ਪ੍ਰੀ ਜਿਹੜੀ ਸੁਸਾਇਟੀ ਆ ਉਹਦੇ ਹਥਿਆਰ ਨਹੀਂ ਸੀ ਪ੍ਰੀ ਸੁਸਾਇਟੀ 'ਚ। ਨਹੀਂ, ਪ੍ਰੀ ਸੁਸਾਇਟੀ ਇਨਸਾਨ ਜਦੋਂ ਤੋਂ ਵੀ ਇਸ ਧਰਤੀ 'ਤੇ ਆਇਆ ਹੈ, ਹਥਿਆਰ ਹੋਣਗੇ, ਉਨੇ ਕੁ ਲੋੜਾਂ ਦੇ ਲਈ ਹਥਿਆਰ ਸੀਗੇ। ਵਾਇਲੈਂਸ ਦਾ ਨੇਚਰ ਦਾ ਆਪਦਾ ਇੱਕ ਹਿੱਸਾ ਹੈ। ਵਾਇਲੈਂਸ ਤੋਂ ਬਗੈਰ ਨੇਚਰ ਹੀ ਨਹੀਂ। ਅਸੀਂ ਇਸ ਕਮਰੇ 'ਚ ਬੈਠੇ ਹਾਂ, ਜਾਂ ਪਹਿਲੇ ਵੀ ਇਨਸਾਨ ਨੇ ਜਿੱਦਣ ਪਹਿਲੇ ਦਿਨ ਇੱਕ ਕੇਵ ਨੂੰ ਕਲੀਅਰ ਕਰਕੇ, ਗੁਫਾ ਨੂੰ ਕਲੀਅਰ ਕਰਕੇ ਬੈਠਾ ਹੋਊਗਾ, ਤਾਂ ਉਹਨੇ ਕੁਛ ਵਾਇਲੈਂਸ ਤਾਂ ਕੀਤਾ ਹੋਊਗਾ ਨਾ ਉੱਥੇ। ਉਹ ਵਾਇਲੈਂਸ ਦੀ ਸਕੇਲ ਡਿਫਰ ਹੋ ਸਕਦੀ ਹੈ। ਅਸੀਂ ਇਹ ਕਹਿ ਸਕਦੇ ਹਾਂ ਕਿ ਹਾਂ ਵੀ ਇਹਦਾ ਵਾਇਲੈਂਸ ਦਾ ਪ੍ਰਭਾਵ ਕਿੰਨਾ ਪਿਆ, ਪਰ ਵਾਇਲੈਂਸ ਤਾਂ ਹਮੇਸ਼ਾ ਰਿਹਾ। ਚਾਹੇ ਉਹਨੇ ਵੱਟੇ ਚਲਾਏ, ਚਾਹੇ ਉਹਨੇ ਡਾਂਗਾਂ ਵਰਤੀਆਂ, ਚਾਹੇ ਉਹਨੇ ਭਾਲੇ ਵਰਤੇ, ਉਹ ਵਾਇਲੈਂਸ ਰਿਹਾ। ਅਤੇ ਵਾਇਲੈਂਸ ਦੇ ਵਿੱਚ ਹਮੇਸ਼ਾ ਉਹ ਇਹ ਸਟਰਾਈਵ ਕਰਦਾ ਰਿਹਾ, ਕੋਸ਼ਿਸ਼ ਕਰਦਾ ਰਿਹਾ ਕਿ ਵੀ ਮੈਂ ਦੂਜੇ ਨੂੰ ਮਾਰਾਂ ਅਤੇ ਉਹ ਮੈਨੂੰ ਨਾ ਮਾਰ ਸਕੇ। ਭਾਲਾ ਲੰਬਾ ਕੀਤਾ, ਕਦੀ ਅੱਜ ਮਿਜ਼ਾਈਲ ਮਾਰਦੇ ਹਾਂ ਆਪਾਂ, ਇੰਨਾ ਹੀ ਫਰਕ ਹੈ। ਭਗਵੰਤ ਮਾਨ ਦੇ ਜਿਹੜਾ ਡਿਸੀਜ਼ਨ ਹੈਗਾ, ਤੁਹਾਨੂੰ ਉਹਦੇ ਨਾਲ ਇਤਰਾਜ਼ ਆ? ਸੀਐਮ ਦੇ ਡਿਸੀਜ਼ਨ ਨਾਲ ਤੁਹਾਨੂੰ ਇਤਰਾਜ਼ ਆ? ਜਾਂ ਡੈਮੋਕ੍ਰੇਸੀ 'ਚ ਹੋਣੀ ਚਾਹੀਦਾ ਮਤਭੇਦ, ਸੀਐਮ ਦਾ ਇੱਕ ਮਤ ਹੋ ਸਕਦਾ, ਦੂਜੇ ਦਾ ਦੂਜਾ ਹੋ ਸਕਦਾ। ਕੀ ਹੈ ਤੁਹਾਡਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੇਸਿਕਲੀ? ਦੇਖੋ, ਮੈਨੂੰ ਜਿਹੜਾ ਉਹਦਾ ਇਤਰਾਜ਼ ਆ ਉਹ ਦੋ ਤਿੰਨ ਪੱਖਾਂ ਤੋਂ ਹੈਗਾ। ਇੱਕ ਤਾਂ ਜਿਹੜੀ ਫਰੀਡਮ ਆਫ ਸਪੀਚ ਤੋਂ ਦੇ ਪੱਖ ਤੋਂ ਆ। ਦੂਜਾ ਮੈਨੂੰ ਇਹ ਹੈ ਕਿ ਹਥਿਆਰਾਂ ਨੂੰ ਹੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਕਿ ਹਥਿਆਰ ਹੀ ਬੰਦ ਹੋ ਜਾਣੇ ਚਾਹੀਦੇ ਆ, ਠੀਕ ਹੈ, ਉਹ ਵੀ ਗਲਤ ਹੈਗਾ। ਉਹ ਇਸ ਕਰਕੇ ਗਲਤ ਹੈ ਕਿ ਪਹਿਲਾਂ ਆਪਾਂ ਥੋੜ੍ਹਾ ਜਿਹਾ ਇਤਿਹਾਸ 'ਚ ਜਾਈਏ ਕਿ ਪੰਜਾਬ 'ਚ ਪਹਿਲੀ ਵਾਰ ਹਥਿਆਰ ਬੰਦ ਕਦੋਂ ਹੋਣੇ ਸ਼ੁਰੂ ਹੋਏ। ਕੀ ਪੁਰਾਣੀਆਂ ਸਟੇਟਸ ਦੇ ਵਿੱਚ ਇਹ ਦਿੱਕਤ ਨਹੀਂ ਆਈ ਹੋਊਗੀ, ਜਾਂ ਪੁਰਾਣੇ ਰਾਜਾਂ 'ਚ ਦਿੱਕਤ ਨਹੀਂ ਆਈ ਹੋਊਗੀ ਵੀ ਲੋਕ ਪੀਸਫੁਲ ਨਹੀਂ ਸੀਗੇ, ਕਿ ਇੱਕ ਦੂਜੇ ਨੂੰ ਮਾਰਨ ਲੱਗ ਜਾਂਦੇ ਸੀ, ਉਹਨਾਂ ਕੋਲ ਹਥਿਆਰ ਹੁੰਦੇ ਸੀ? ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹਥਿਆਰ ਸਟਵਾਏ ਗਏ ਜਦੋਂ ਅੰਗਰੇਜ਼ ਸਾਮਰਾਜ ਆਉਂਦਾ ਇੱਥੇ। ਜਦੋਂ ਅੰਗਰੇਜ਼ਾਂ ਨੇ ਜਿੱਤ ਲਿਆ, ਉਹਨਾਂ ਨੇ ਸਾਡੇ ਲੋਕਾਂ ਕੋਲ ਇਤਿਹਾਸ ਤੋਂ ਪਤਾ ਲੱਗਦਾ ਕਿ ਸਾਡੇ ਜਿਹੜੇ ਕਿਤਾਬਾਂ ਤਾਂ ਜਿਹੜੀਆਂ, ਜਾਂ ਸਾਡੇ ਸ਼ਾਸਤਰ ਤਾਂ ਜਿਹੜੇ ਸਾੜੇ ਜਿਹੜੇ ਸਾਡੇ ਨੌਲੇਜ ਸੀਗੀ ਉਹਨੂੰ ਤਾਂ ਬਰਨ ਕੀਤਾ। ਉਹਦੇ ਇਲਾਵਾ ਉਹਨਾਂ ਨੇ ਥਾਂ ਥਾਂ 'ਤੇ ਇਹ ਕਹਿ ਤਾ ਕਿ ਵੀ ਜਿਹਦੇ ਕੋਲੇ ਕੋਈ ਵੀ ਹਥਿਆਰ ਆ, ਉਹ ਹਥਿਆਰ ਉਹਨਾਂ ਨੇ ਸਟਵਾ ਲਏ। ਲੋਕਾਂ ਕੋਲੇ ਰਾਜ ਮੋਹਨ ਗਾਂਧੀ ਲਿਖਦੇ ਆ ਆਪਦੀ ਕਿਤਾਬ 'ਚ ਕਿ ਲੋਕਾਂ ਕੋਲੇ ਪੋਰਸ ਅਤੇ ਸਿਕੰਦਰ ਵੇਲੇ ਦੀ ਲੜਾਈਆਂ ਦੇ ਤੀਰ ਕਮਾਨ ਪਏ ਸੀ, ਜਿਹੜੇ ਅੰਗਰੇਜ਼ਾਂ ਨੇ ਸਟਾ ਲਏ ਕਿ ਸਿੱਟ ਦੋ ਇੱਥੇ। ਗਨਸ ਜਿਹੜੀਆਂ ਮੈਲਟ ਕਰਤੀਆਂ, ਬੰਦੂਕਾਂ ਸਟਾ ਲਈਆਂ, ਹਰ ਤਰੀਕੇ ਦਾ ਹਥਿਆਰ ਉਹਨਾਂ ਨੇ ਕਿਹਾ ਕਿ ਜ਼ਬਤ ਕਰ ਲਿਆ। ਉਹ ਸਟੇਟ ਨੂੰ ਜ਼ਬਤ ਕਰਨ ਤੋਂ ਬਾਅਦ ਪਹਿਲੀ ਵਾਰ ਭਾਰਤ ਦੇ ਵਿੱਚ ਇਹ 1878 ਦੇ ਵਿੱਚ ਆਰਮਜ਼ ਐਕਟ ਆਉਂਦਾ ਹੈ। ਆਰਮਜ਼ ਐਕਟ ਦੇ ਵਿੱਚ ਕੁਛ ਏਰੀਆਜ਼ ਨੂੰ ਛੱਡ ਕੇ, ਕੁਛ ਕਬੀਲਿਆਂ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਹਥਿਆਰਾਂ ਦੀ ਪਾਬੰਦੀ ਲੱਗ ਜਾਂਦੀ ਹੈ, ਜਾਂ ਪਰਟੀਕੂਲਰ ਟਾਈਪ ਆਫ ਹਥਿਆਰ ਹੀ ਰੱਖ ਸਕਦੇ ਹੋ। ਫਿਰ ਉਦੋਂ ਬਾਅਦ ਅੰਗਰੇਜ਼ਾਂ ਦੇ ਉਲਟ ਵਿਦਰੋਹ ਸ਼ੁਰੂ ਹੁੰਦੇ ਆ, ਭਾਰਤ ਦੇ ਵਿੱਚ ਵੀ ਅਤੇ ਸੁਦਾਨ ਦੇ ਵਿੱਚ ਵੀ। 1890 ਦੇ ਆਸ-ਪਾਸ ਉਹ ਵਿਦਰੋਹ ਸ਼ੁਰੂ ਹੁੰਦੇ ਆ, ਅਤੇ ਉਹਨਾਂ ਵਿਦਰੋਹਾਂ ਦੇ ਵਿੱਚ ਜਿਹੜੀ ਰਾਈਫਲ ਯੂਜ਼ ਹੁੰਦੀ ਆ ਉਹ ਜਨਰਲੀ ਮਾਰਟਿਨ ਹੈਨਰੀ ਰਾਈਫਲ ਜਿਹੜੀ ਫੌਜ ਕੋਲੇ ਵੀ ਹੁੰਦੀ ਸੀ ਅੰਗਰੇਜ਼ ਦੀ ਕੋਲੇ, ਉਹੀ ਯੂਜ਼ ਹੁੰਦੀ ਆ। ਤਾਂ ਪਹਿਲੀ ਵਾਰ ਸਾਡੇ ਕੋਲੇ ਕੌਨਸੈਪਟ ਆਉਂਦਾ ਜਿਹਨੂੰ ਅਸੀਂ ਅੱਜ ਕੱਲ੍ਹ ਪ੍ਰੋਬੇਟਡ ਅਤੇ ਨੋਨ ਪ੍ਰੋਬੇਟਡ ਬੋਰ ਕੇ ਸਟੇਟ ਹੋਰ ਸ਼ਿਕੰਜਾ ਕੱਸਦੀ ਆ ਕਿ ਵੀ ਤੁਸੀਂ ਉਹੀ ਹਥਿਆਰ ਰੱਖ ਸਕਦੇ ਹੋ ਜਿਹਦੇ ਵਿੱਚ ਉਹ ਹਥਿਆਰ ਨਹੀਂ ਰੱਖ ਸਕਦੇ ਪਰਟੀਕੂਲਰ ਕਾਈਂਡ ਜਿਹੜੇ ਸਟੇਟ ਨੇ ਰੱਖਣੇ। ਉਹ ਸਟੇਟ ਕਿਹੜੇ ਰੱਖ ਸਕਦੀ ਹੈ? ਜਿਹਦੀ ਮਾਰੂ ਡਿਸਟੈਂਸ ਜ਼ਿਆਦਾ ਹੈ, ਜਿਹੜਾ ਦੂਰ ਤੱਕ ਮਾਰ ਕਰ ਸਕਦਾ, ਜਿਹੜਾ ਪਾਵਰਫੁਲ ਜ਼ਿਆਦਾ ਹੈ। ਫਿਰ ਅਗਲੀ ਸਟੇਜ ਆਉਂਦੀ ਹੈ ਜਦੋਂ ਅਸੀਂ ਜਦੋਂ ਭਾਰਤ ਦੀ ਟਰਾਂਸਫਰ ਆਫ ਪਾਵਰ ਹੋ ਜਾਂਦੀ, ਉਦੋਂ ਤਾਂ ਇਹ ਸਾਰਾ ਕੁਛ ਖਤਮ ਹੋ ਜਾਣਾ ਚਾਹੀਦਾ। ਕਲੋਨੀਅਲ ਲਾਅ ਖਤਮ ਹੋ ਗਏ, ਮਤਲਬ ਇੱਕ ਤਰ੍ਹਾਂ ਬਸਤੀਵਾਦੀ ਲੁੱਟ ਖਤਮ ਹੋ ਗਈ। ਪਰ ਭਾਰਤੀ ਸਟੇਟ ਨੂੰ ਐਸਾ ਕੀ ਫਿਕਰ ਪੈ ਗਿਆ ਕਿ 1959 ਦੇ ਵਿੱਚ ਇਸ ਲਾਅ ਨੂੰ ਹੋਰ ਸਖਤ ਕਰ ਦਿੱਤਾ ਗਿਆ। ਮਤਲਬ ਲਗਾਤਾਰ ਆਰਮਸ ਦਾ ਐਕਟ ਸਖਤ ਹੁੰਦਾ ਜਾ ਰਿਹਾ। ਤਾਂ ਇਹਦੇ ਵਿੱਚ ਮੇਰਾ ਮਹਿਸੂਸ ਕਰਨਾ ਹੈ ਕਿ ਵੀ ਕਿਤੇ ਨਾ ਕਿਤੇ ਇਹ ਸਟੇਟ ਡਰਦੀ ਆ ਕਿਸੇ ਗੱਲ ਤੋਂ। ਹਾਂ, ਉਹਦੀ ਪਲੀਏ ਲਈ ਜਾਂਦੀ ਹੈ ਕਿ ਵੀ ਪੀਸਫੁਲ ਹੋਣਾ ਚਾਹੀਦਾ ਹੈ, ਸਿਵਲ ਸੁਸਾਇਟੀ ਸੇਫ ਰਵੇ, ਜਾਂ ਇਹ ਆ ਕਿ ਵੀ ਲੋਕਾਂ 'ਚ ਇੱਕ ਦੂਜੇ 'ਚ ਨਾ ਇਹ ਪਵੇ। ਪਰ ਇੱਕ ਫਿਗਰ ਦਿੰਦਾ ਤੁਹਾਨੂੰ ਮੈਂ ਕਿ ਲੱਖ ਮਗਰ 3.2 ਹੋਮੀਸਾਈਡਸ ਹੁੰਦੀਆਂ ਕਿ ਕਿਲਿੰਗਸ, ਮਾਰਾ ਮਰਾਈ ਹੁੰਦੀ ਹੈ। ਉਹਨਾਂ ਵਿੱਚੋਂ ਸਿਰਫ 10% ਜਿਹੜੇ ਹੈਗੇ ਆ ਉਹ ਲਾਇਸੈਂਸ ਹਥਿਆਰ ਵਰਤੇ ਜਾਂਦੇ। 90% ਹਥਿਆਰ ਇਲੀਗਲ ਵੈਪਨ ਵਰਤਿਆ ਜਾਂਦਾ, ਜਾਂ ਈਵਨ ਨੋਰਮਲ ਵੈਪਨ ਵਰਤੇ ਜਾਂਦੇ, ਜਿਵੇਂ ਚਾਕੂ ਕੁੱਟਦਾ ਮਾਰਤਾ, ਡਾਂਗ ਨਾ ਮਾਰਤਾ, ਇੰਝ ਵੈਪਨਸ ਵਰਤੇ ਜਾਂਦੇ। ਪਰ ਕਿ ਜਿਹੜੀ ਗਲੋਰੀਫਿਕੇਸ਼ਨ ਆ ਗਈ ਕਿਸੇ ਗੱਲ ਦੀ, ਇੱਕ ਤਾਂ ਹਥਿਆਰ ਆ, ਇੱਕ ਹਥਿਆਰਾਂ ਦੀ ਗਲੋਰੀਫਿਕੇਸ਼ਨ ਆ ਗਾਣਿਆਂ ਦੇ ਅੰਦਰ, ਹੈ ਨਾ। ਇਹਦੇ 'ਤੇ ਬਹੁਤ ਸਾਰੇ ਤਰਕ, ਪਹਿਲਾ ਤਰਕ ਤੇ ਇਹ ਜਿਹੜੀ ਤੁਸੀਂ ਕਹਿੰਦੇ ਹੋ ਫਰੀਡਮ ਆਫ ਸਪੀਚ ਵਾਲਾ, ਇਹ ਬਹੁਤ ਵੱਡੀ ਡਿਬੇਟ ਆ।
ਲਾਰਜਰ ਡਿਬੇਟ ਹੈਗੀ ਹੈ ਨਾ, ਸੈਂਸਰਸ਼ਿਪ ਕੀ ਹੋਵੇ, ਕੀ ਬੰਦਾ ਗਾਵੇ ਕੀ ਨਾ ਗਾਵੇ, ਕਿੱਥੇ ਗਾਵੇ ਕਿਵੇਂ ਨਾ ਗਾਵੇ। ਪਰ ਫਿਰ ਵੀ ਗਲੋਰੀਫਿਕੇਸ਼ਨ 'ਤੇ ਹਮੇਸ਼ਾ ਗੱਲ ਹੁੰਦੀ ਹੈ ਕਿ ਅਗਰ ਤੁਸੀਂ ਹਥਿਆਰਾਂ ਦੀ ਗਲੋਰੀਫਿਕੇਸ਼ਨ ਕਰੋਗੇ ਤਾਂ ਫਿਰ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ, ਜਿਵੇਂ ਸਾਡਾ ਯੂਥ ਆ ਮੰਨ ਲਓ, ਜਿਹੜੀ ਇਹਦੇ ਸਮਝ ਬਣਨੀ, ਜਿਹੜਾ ਇਮੈਚੋਰ ਹੁੰਦਾ, ਮੈਚੋਰ ਨਹੀਂ ਹੁੰਦਾ ਗਾ, ਜਿਹਨੇ ਹੌਲੀ ਹੌਲੀ ਕਿਤੇ ਕੋਈ ਵਿਦਵਾਨ ਵੀ ਬਣਨਾ ਹੁੰਦਾ, ਕਿਤੇ ਪਹੁੰਚਣਾ ਹੁੰਦਾ, ਪਰ ਉਹ ਜੇ ਉਹਦੇ 'ਚ ਚਲਾ ਜਾਊਗਾ ਇੱਕ ਵਾਰ, ਉਹ ਗਲੋਰੀਫਿਕੇਸ਼ਨ 'ਚ ਫਸ ਜਾਊਗਾ ਤਾਂ ਉਹ ਕਿੱਥੇ ਪਹੁੰਚੂਗਾ, ਉਹ ਫਿਰ ਉਸੇ ਗਨ ਕਲਚਰ ਚਲਾ ਜਾਊਗਾ। ਆਪਾਂ ਚਲੋ ਗਲੋਰੀਫਿਕੇਸ਼ਨ ਤੇ ਵੀ ਹੋ ਰਹੇ ਹਾਂ। ਗਲੋਰੀਫਿਕੇਸ਼ਨ ਦੋ ਤਿੰਨ ਤਰ੍ਹਾਂ ਦੇ, ਤਿੰਨ ਸਬ ਕਲਾਸਿਸ 'ਚ ਆਪਾਂ ਗਲੋਰੀਫਿਕੇਸ਼ਨ ਡਿਵਾਈਡ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਉਸ ਤਰ੍ਹਾਂ ਦੀ ਗਲੋਰੀਫਿਕੇਸ਼ਨ ਜਿਹੜੀ ਸਾਡੇ ਕਲਚਰ 'ਚ ਪਈ ਆ, ਕਿਤੇ ਸਾਡੇ ਸੱਭਿਆਚਾਰ 'ਚ ਵੀ ਪਈ ਆ, ਸਾਡੇ ਧਰਮ 'ਚ ਵੀ ਪਈ ਆ, ਉਹ ਗਲੋਰੀਫਿਕੇਸ਼ਨ ਹੈਗੀ ਆ। ਉਹ ਗਲੋਰੀਫਿਕੇਸ਼ਨ ਸਾਨੂੰ ਇਹ ਦੱਸਦੀ ਹੈ ਕਿ ਹਥਿਆਰ ਚੱਕਣਾ ਕਿਉਂ ਜ਼ਰੂਰੀ ਆ ਅਤੇ ਕਿੱਥੇ ਵਰਤਣਾ ਜ਼ਰੂਰੀ। ਦੂਸਰੀ ਸਾਡੀ ਉਹ ਜਿਹੜੇ ਹੁਣ ਸਿੰਗਰਸ ਗਾ ਰਹੇ ਆ, ਪਰ ਉਹ ਗਲੋਰੀਫਿਕੇਸ਼ਨ ਉਸ ਇਤਿਹਾਸ ਦੀ ਗੈਂਗਸਟਰ ਜਾਂ ਉਹਦੀ ਗਾ ਰਹੀ ਹੈ, ਠੀਕ ਹੈ, ਜਿਵੇਂ ਗੈਂਗਸਟਰ ਫਨੋਮਨਾ ਉਸ 'ਤੇ ਵੀ ਆਉਂਦੇ ਆਪਾਂ, ਠੀਕ ਹੈ। ਉਹ ਹੋ ਰਹੀ ਹੈ ਜਿਵੇਂ ਕੁਲਦੀਪ ਮਾਣਕ ਦੀਆਂ ਕਲੀਆਂ, ਉਹ ਗਾਉਂਦਾ ਕਿ ਵੀ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ, ਉੱਥੇ ਹਥਿਆਰ ਵੀ ਗਲੋਰੀਫਾਈ ਕਰਦਾ ਹੈ ਕਿ ਅਲਟੀਮੇਟਲੀ ਉਹ ਵੈਪਨ ਹੀ ਜਸਟਿਸ ਦਵਾਉਂਦਾ ਹੈ ਨਾ ਉਹਨੂੰ, ਉਸ ਔਰਤ ਨੂੰ। ਤਾਂ ਹੁਣ ਉਹ ਕੀ ਉਹ ਗਾਣਾ ਗਲਤ ਹੈਗਾ? ਕੀ ਉਹ ਗਾਣਾ ਗਲਤ ਕੋਈ ਕਰੂਗਾ? ਗਲੋਰੀਫਿਕੇਸ਼ਨ ਤਾਂ ਹਥਿਆਰ ਦੀ ਹੋ ਰਹੀ ਉੱਥੇ। ਮੈਂ ਧਰਮ ਅਤੇ ਸੱਭਿਆਚਾਰ 'ਚ ਛੱਡ ਦੇਣਾ। ਐਂ ਤਾਂ ਕੱਲ੍ਹ ਨੂੰ ਆਪਾਂ ਕਹਾਂਗੇ ਵੀ ਜਦੋਂ ਮਿਰਜ਼ਾ ਗਾਉਂਦੇ ਆ ਵੀ ਤਾਂ ਔਨਰ ਕਿਲਿੰਗ ਦੀ ਗਲੋਰੀਫਿਕੇਸ਼ਨ ਕਰ ਰਹੇ ਹਾਂ ਆਪਾਂ, ਪਰ ਆਪਾਂ ਗਾ ਰਹੇ ਹਾਂ ਨਾ। ਸੋ ਇਹ ਸੱਭਿਆਚਾਰ ਬੜੇ ਸਾਲਾਂ 'ਚੋਂ ਬਣਿਆ। ਹੁਣ ਆਪਾਂ ਉਹਨਾਂ ਹਥਿਆਰਾਂ 'ਤੇ ਆਉਂਦੇ ਜਿੱਥੇ ਹਥਿਆਰ ਦਾ ਅਬਿਊਜ਼ ਹੋ ਰਿਹਾ, ਜਿੱਥੇ ਆਪਾਂ ਬਲੇਟੈਂਟਲੀ ਵੇਖ ਰਹੇ ਹਾਂ ਕਿ ਅਬਿਊਜ਼ ਹੋ ਰਿਹਾ ਹੈ ਨਾ। ਕਿ ਕੋਈ ਕਹਿੰਦਾ ਵੀ ਉਹ ਇੱਕ ਗਾਣਾ ਹੈਗਾ, ਉਹਦੀ ਵਰਡਿੰਗ ਹੋ ਸਕਦਾ ਮੈਂ ਗਲਤ ਬੋਲਦਾ, ਵੀ ਤੂੰ ਨਹੀਂ ਬੋਲਦੀ ਮੈਂ ਬੋਲਦਾ, ਫਿਰ ਉਹਦੇ 'ਚ ਹਥਿਆਰ ਬੋਲਦਾ, ਤੇਰੇ 'ਚੋਂ ਤੇਰਾ ਯਾਰ ਬੋਲਦਾ, ਜੋ ਵੀ ਹਥਿਆਰ ਬੋਲਦਾ ਐਂਡ 'ਚ, ਮਤਲਬ ਉਹਦੇ 'ਚ ਆਉਂਦਾ ਵੀ ਮੇਰੇ 'ਚੋਂ ਬੋਲੇ ਸਮਥਿੰਗ ਲਾਈਕ ਦੈਟ ਹੈ ਨਾ। ਉਹ ਜਿਹਾ ਗਾਣਾ ਹੁਣ ਇਹ ਆਪਾਂ ਕਹਿ ਸਕਦੇ ਹਾਂ ਕਿ ਹਾਂ ਇਹਦੇ 'ਚ ਹੈਗਾ ਮਿਸ ਜਿਹੜਾ। ਅਤੇ ਇਹ ਜੇ ਹੋ ਰਿਹਾ ਤਾਂ ਇਹਦੀ ਇਹ ਮਤਲਬ ਨਹੀਂ ਗਾ ਕਿ ਇਹ ਦੇਖੋ ਮਾਨ ਸਾਹਿਬ ਸਮਾਜ 'ਚੋਂ ਆਏ ਆ, ਸਰਕਾਜ਼ਮ ਕਰਦੇ ਰਹੇ, ਪੋਲੀਟੀਕਲ ਸਟਾਇਰ ਕਰਦੇ ਰਹੇ ਆ, ਸਮਾਜ ਦੇ ਉੱਤੇ ਵੀ ਸਟੈਂਡ ਅਪ ਕਮੇਡੀਅਨ ਰਹੇ। ਹਾਂ ਨਹੀਂ, ਇੱਕ ਤਾਂ ਕਮੇਡੀਅਨ ਹੁੰਦਾ ਨਾ, ਇੱਕ ਕਮੇਡੀਅਨ ਸਮਾਜ ਦੀਆਂ ਪ੍ਰੋਬਲਮਸ ਨੂੰ ਲੈ ਕੇ ਕਮੇਡੀ ਕਰਦੇ ਰਹੇ, ਬੜੇ ਸੈਂਸੀਬਲ ਕਮੇਡੀ ਕਰਦੇ ਰਹੇ ਆ। ਉਹ ਕਮੇਡੀਅਨ ਇਹ ਕਵੇ ਕਿ ਵੀ ਆਪਾਂ ਪਰਦਾ ਹੀ ਪਾ ਦਈਏ ਉਸ ਗੱਲ ਦੇ ਉੱਤੇ ਜਿਹੜੀ ਸਮਾਜ ਦੀ। ਆਪਾਂ ਨੂੰ ਇਹ ਵੀ ਤਾਂ ਸਮਝਣਾ ਚਾਹੀਦਾ ਹੈ ਕਿ ਅਸੀਂ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਤੋਂ ਇੱਥੇ ਕਿਵੇਂ ਪਹੁੰਚ ਗਏ। ਸਮਾਜ ਨਹੀਂ, ਉਹ ਜਿਹੜਾ ਸਿੰਗਰ ਉਹਦਾ ਸਮਾਜ ਦੀ ਤਰਜਮਾਨੀ ਕਰ ਰਿਹਾ, ਕਲਾਕਾਰ ਤਾਂ ਸਮਾਜ ਨੂੰ ਹੀ ਵਿਖਾ ਰਿਹਾ ਤੁਹਾਨੂੰ। ਤਾਂ ਇਹਨੂੰ ਬੰਦ ਕਰਨ ਦੀ ਬਜਾਏ ਇੱਥੇ ਆਵਾਜ਼ ਦਬਾ ਦੇਣ ਦੀ ਬਜਾਏ ਆਪਾਂ ਇੱਥੇ ਆਵਾਜ਼ ਦਬਾਵਾਂਗੇ, ਕੱਲ੍ਹ ਨੂੰ ਕਹਾਂਗੇ ਕਿ ਲੇਖ ਵੀ ਨਾ ਆਉਣ ਇਹਦੇ ਬਾਰੇ, ਤਾਂ ਉਹ ਫਿਰ ਇਹਦਾ ਰਾਹ ਕੀ ਹੈਗਾ? ਮੈਂ ਜੇ ਪੁੱਛਾਂ ਵੀ ਅਜੇਪਾਲ ਬਰਾੜ ਕੋਲ ਇਹਦਾ ਹੱਲ ਕੀ ਹੈ? ਜਿਹੜੀ ਸਾਡੀ ਸੁਸਾਇਟੀ ਇੰਨੀ ਜ਼ਿਆਦਾ ਹਥਿਆਰਾਂ ਦੀ ਰੈਡੀਕਲਾਈਜੇਸ਼ਨ ਕਹਿ ਲਓ ਉਹਨੂੰ, ਜਾਂ ਹਥਿਆਰਾਂ ਦੀ ਗਲੋਰੀਫਿਕੇਸ਼ਨ ਕਹਿ ਲਓ, ਜਾਂ ਹਥਿਆਰ ਸੈਂਟਰਿਕ ਹੋ ਜੇ, ਸਾਡਾ ਯੂਥ ਉੱਧਰ ਨੂੰ ਐ ਚਲਾ ਜਾਵੇ, ਉਹ ਬੜੀਆਂ ਉਹ ਵੀ ਤਰਾਸਦੀਆਂ ਨੇ, ਕਿੰਨੇ ਮੁੰਡੇ ਜਾਂਦੇ। ਬਿਲਕੁਲ ਇਹ ਇੱਕ ਇੱਥੇ ਪ੍ਰੋਬਲਮ ਹੈ ਕਿ ਅਸੀਂ ਕੀ ਦਿੱਕਤ ਹੋ ਗਈ ਕਿ ਅਸੀਂ ਪੰਜਾਬ ਦਾ ਆਪਦਾ ਸੱਭਿਆਚਾਰ ਭੁੱਲ ਗਏ ਹਾਂ ਅਤੇ ਅਸੀਂ ਗੰਗਾ ਜਮਨਾ ਦਾ ਸੱਭਿਆਚਾਰ ਦੇ ਵਿੱਚੋਂ ਆਪਦੀ ਐਨਾਲਿਸਿਸ ਕਰਨ ਲੱਗ ਗਏ, ਠੀਕ ਹੈ। ਹੁਣ ਇੱਕ ਲੜਕੀ ਹੈਗੀ ਆ ਮੋਰਨਿੰਗ ਕੰਟੈਕਸਟ 'ਚ, ਉਹਨੇ ਇੱਕ ਆਰਟੀਕਲ ਲਿਖਿਆ, ਸ੍ਰਿਸ਼ਟੀ ਜੈਸਵਾਲ ਨੇ। ਉਹਨੇ ਇਹ ਲਿਖਿਆ ਕਿ ਪੰਜਾਬ ਦੇ ਵਿੱਚ ਪਹਿਲਾਂ ਕਦੀ ਗਨ ਕਲਚਰ ਹੈ ਨਹੀਂ ਸੀ, ਪੰਜਾਬ ਦੇ ਵਿੱਚ ਹਥਿਆਰਾਂ ਦਾ ਕਦੀ ਅਬਿਊਜ਼ ਹੈ ਨਹੀਂ ਸੀ। ਇੱਕ ਸਿੰਗਰ ਹੈਗਾ ਬੱਬੂ ਮਾਨ, ਉਹਨੇ ਇੱਕ ਗਾਣਾ ਗਾਇਆ ਕਿ ਵੀ ਚੱਕ ਲੋ ਰਿਵਾਲਵਰ ਰਫਲਾਂ ਵਾਲਾ, ਉਹਨੇ ਗਾਣਾ ਗਾਇਆ ਅਤੇ ਉਦੋਂ ਬਾਅਦ ਇੱਥੇ ਕਲਚਰ ਸ਼ੁਰੂ ਹੋ ਗਿਆ। ਉਹਨੇ ਦੱਸੋ ਕੀ ਐਨਾਲਿਸਿਸ। ਸੇਮ ਤਰ੍ਹਾਂ ਦਾ ਇੱਕ ਪ੍ਰਿੰਟ 'ਚ ਆਰਟੀਕਲ ਆਇਆ ਮੂਸੇ ਵਾਲੇ ਬਾਰੇ ਆ ਗਿਆ। ਹਾਂ, ਇੱਕ ਆਪਣੇ ਇੱਥੋਂ ਦੀ ਸੋਸ਼ੀਓਲੋਜਿਸਟ ਹੈਗੀ ਆ ਰਜੇਸ਼ ਗਿੱਲ, ਉਹ ਕਹਿੰਦੀ ਇਹ ਕਾਸਟ ਫੈਕਟਰ ਨਾਲ ਰਿਲੇਟਡ ਆ। ਹਾਂ, ਕੁਛ ਹੱਦ ਤੱਕ ਰਿਲੇਟਡ ਆ, ਕਿਉਂਕਿ ਜਿਹੜੇ ਕਾਸਟ ਡੋਮੀਨੇਸ਼ਨ ਤਾਂ ਹੈਗੀ ਆ। ਨਹੀਂ, ਕਾਸਟ ਡੋਮੀਨੇਸ਼ਨ ਨਹੀਂ, ਉਹ ਕਹਿੰਦੀ ਵੀ ਇੱਕ ਪਰਟੀਕੁਲਰ ਕਾਸਟ ਦੇ ਲੋਕ ਹੀ ਹਥਿਆਰ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਬਿਲਕੁਲ, ਇਸ 'ਚ ਕੋਈ ਡਾਊਟ ਨਹੀਂ, ਪਰ ਉਹੀ ਕਾਸਟ ਦੇ ਲੋਕਾਂ ਦੀ ਇੱਕ ਉਹ ਕ੍ਰੈਡਿਟ ਨੂੰ ਵੀ ਤਾਂ ਜਾਂਦਾ ਨਾ, ਵੀ ਉਹੀ ਫੌਜ 'ਚ ਜ਼ਿਆਦਾ ਜਾਂਦੇ ਆ, ਉਹੀ ਤੁਹਾਡੇ ਪੁਲਿਸ 'ਚ ਜਾਂਦੇ ਨੇ, ਉਹ ਤੁਹਾਡੀ ਕੰਧ ਬਣ ਕੇ ਵੀ ਤਾਂ ਖੜੇ ਆ ਦੁਸ਼ਮਣ ਦੇ ਅੱਗੇ, ਉਹਦੇ ਅੰਦਰੋਂ ਕੁਛ ਐਸਾ ਆਉਂਦਾ। ਦੂਜੀ ਗੱਲ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਉਹ ਲੋਕ ਜਿਹੜੇ ਜਿਨ੍ਹਾਂ ਨੂੰ ਉਹ ਕਹਿੰਦੀ ਆ ਕਿ ਵੀ ਇਹ ਮਾੜੇ ਹੈਗੇ ਆ ਬਿਕੋਜ਼ ਇਹ ਇੱਕ ਕਾਸਟ ਇਹਨੂੰ ਹਥਿਆਰਾਂ ਨੂੰ ਜ਼ਿਆਦਾ ਦਿੰਦੀ ਆ, ਤਾਂ ਹਾਂ ਜੱਟਾਂ ਨੂੰ ਉਹ ਕਹਿੰਦੀ ਆ, ਸਪੈਸੀਫਿਕਲੀ ਲਿਖਦੀ ਆ, ਠੀਕ ਹੈ, ਜੱਟਾਂ ਜਾਂ ਜਾਟਾਂ ਦੇ ਵਿੱਚ ਜ਼ਿਆਦਾ। ਪਰ ਇਹ ਵੀ ਸਮਝਣਾ ਚਾਹੀਦਾ ਕਿ ਇਹ ਲੋਕ ਸਦੀਆਂ ਤੋਂ ਬੋ ਐਂਡ ਐਰੋ ਨਾਲ ਲੜਦੇ ਸੀ, ਤੀਰ ਕਮਾਨ ਨਾਲ ਘੋੜਿਆਂ 'ਤੇ। ਜਦੋਂ ਇਹਨਾਂ ਦੇ ਹੱਥ 'ਚ ਮੈਚਲੌਕ ਆਈ ਤਾਂ 18ਵੀਂ ਸਦੀ 'ਚ ਇਹਨਾਂ ਨੇ ਇਤਿਹਾਸ ਬਦਲ ਕੇ ਰੱਖਤਾ, ਠੀਕ ਹੈ। ਇਹਨਾਂ ਨੂੰ ਸੇਧ ਵੀ ਮਿਲੀ, ਸੇਧ ਮਿਲਣ ਦੇ ਨਾਲ ਇਹਨਾਂ ਦੀ ਐਕਸਪਰਟਿਸ ਸੀਗੀ ਭੱਜਦਿਆਂ ਦੀ, ਲੜਦਿਆਂ ਦੀ। ਉਹ ਕਹਿੰਦੇ ਵੀ ਜਿਹੜਾ ਸਿੱਖ ਮੈਚਲੌਕ ਮੈਨ ਹੁੰਦਾ ਸੀ, ਉਹ ਭੱਜਿਆ ਜਾਂਦਾ, ਘੋੜੇ 'ਤੇ ਨਿਸ਼ਾਨਾ ਲਾ ਸਕਦਾ ਹੁੰਦਾ ਸੀ, ਇਹ ਉਹਦੀ ਖਾਸੀਅਤ ਸੀ। ਅਤੇ ਉਹਨੇ ਇਤਿਹਾਸ ਵੱਲ ਤਾਂ ਉਹਨੇ ਅਫਗਾਨ ਅਤੇ ਮੁਗਲਾਂ ਨਾਲ ਇਕੱਠੇ ਟੱਕਰਿਆ। ਹੁਣ ਆਪਾਂ ਉੱਦਾਂ ਹਥਿਆਰਾਂ ਨੂੰ ਫਿਰ ਮਾੜਾ ਕਹਿ ਦਈਏ, ਉਹਦੀ ਗਲੋਰੀਫਿਕੇਸ਼ਨ ਨਾ ਕਰੀਏ। ਸੋ ਗੱਲ ਇਹ ਆ ਕਿ ਸਮਾਜ ਦਾ ਉਹ ਹਿੱਸਾ ਵੇਖੋ, ਇਹਨਾਂ ਲੋਕਾਂ ਦੀਆਂ ਸਟੱਡੀਜ਼ 'ਤੇ ਨਾ ਜਾਓ। ਹੁਣ ਇੱਕ ਸਟੱਡੀ ਹੋਰ ਆਈ ਆ, ਸੁੱਚਾ ਸਿੰਘ। ਮੈਂ ਕਹਿ ਰਿਹਾ ਕਿ ਇਸ ਪੂਰੇ ਵਰਤਮਾਨ ਦੀ ਗਾਇਕੀ 'ਚ ਹਥਿਆਰਾਂ ਦੇ ਗਲੋਰੀਫਿਕੇਸ਼ਨ ਨੂੰ ਹਿਸਟਰੀ ਦੇ ਇਸ ਪਰਸਪੈਕਟਿਵ ਨਾਲ ਜੋੜ ਦੇਣਾ ਜਸਟੀਫਾਈਡ ਆ? ਨਹੀਂ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹ ਸਾਡੇ 'ਤੇ ਇਹ ਸਾਰਾ ਨੈਰੇਟਿਵ ਸਿਰਜਿਆ ਕਿਉਂ ਜਾ ਰਿਹਾ, ਇਹ ਸਮਝਣ ਦੀ ਲੋੜ ਆ ਸਾਨੂੰ।
ਕਿ ਉਸ ਬਹਾਨੇ ਕਿ ਇਹ ਗਾਣਿਆਂ ਦੇ ਬਹਾਨੇ ਸਾਡੇ ਹਥਿਆਰਾਂ ਨੂੰ ਦੇ ਉੱਤੇ ਸਾਡੇ ਤੇ ਕਿਉਂ ਲਾਏ 3.5 ਲੱਖ ਹਥਿਆਰ ਆ ਪੰਜਾਬ ਦੇ ਵਿੱਚ ਹੈ। ਇਹ ਉਹ ਜਗ੍ਹਾ ਜਿੱਥੇ ਲੱਖਾਂ ਐਕਸ ਸਰਵਿਸਮੈਨ ਆ, ਲੱਖਾਂ ਪੁਲਿਸਮੈਨ ਰਿਟਾਇਰਡ ਹੈਗੇ ਆ, ਠੀਕ ਹੈ, ਤੇ ਸਾਡੇ ਕੋਲ 3.5 ਲੱਖ ਹੀ ਹਥਿਆਰ ਆ। ਮੈਂ ਤਾਂ ਕਹਿੰਦਾ ਗਿਣਤੀ ਘੱਟ ਆ ਸਾਡੇ ਕੋਲ ਹਥਿਆਰਾਂ ਦੀ, ਲਾਇਸੈਂਸ ਹਥਿਆਰਾਂ ਦੀ। ਦੂਜੀ ਗੱਲ, ਹਿੰਦੁਸਤਾਨੀ ਸਟੇਟ ਇਹ ਕਹਿੰਦੀ ਹੈ ਵੀ 50 ਕਿਲੋਮੀਟਰ ਤੱਕ ਜੀ BSF ਦਾ ਘੇਰਾ ਚਾਹੀਦਾ, ਕਿਉਂਕਿ ਇੱਥੇ ਖਤਰਾ ਹੈ ਦੁਸ਼ਮਣ ਦਾ, ਤੇ ਜੇ ਦੁਸ਼ਮਣ ਦਾ ਖਤਰਾ ਤਾਂ ਹਥਿਆਰ ਹੋਰ ਦਿਓ। ਤਾਂ ਸਾਹਮਣੇ ਆਪਣੇ ਯੂਕਰੇਨ ਦਾ ਐਗਜ਼ਾਮਪਲ ਹੈਗਾ ਕਿ ਹਥਿਆਰ ਹੋਣਗੇ ਉਹ ਠੱਲ ਹੀ ਪਾਉਣਗੇ ਦੁਸ਼ਮਣ, ਜਾਂ ਇਹ ਕਹੋ ਕਿ ਅਸੀਂ ਉਹਨਾਂ ਨੂੰ ਦਬਾਉਣਾ ਹੈਗਾ। ਤਾਂ ਮੋਟੀ ਗੱਲ ਆ ਕਿ ਕੀ ਤੁਸੀਂ ਕਿਸੇ ਇਨਸਰਕਸ਼ਨ ਤੋਂ ਡਰਦੇ ਹੋਏ ਆਪਦੇ ਲੋਕਾਂ ਨੂੰ ਦਬਾਉਣ ਵਾਸਤੇ ਤਾਂ ਨਹੀਂ ਕਿਤੇ ਜੇ ਨੈਰੇਟਿਵ ਘੜ ਰਹੇ ਕਿ ਜੀ ਗਲੋਰੀਫਾਈ ਹੋ ਰਿਹਾ ਜੀ, ਅਸੀਂ ਬੋਲਣ ਨਹੀਂ ਦੇਣੇ ਜੀ, ਜਾਂ ਇਹ ਗੱਲ ਨਹੀਂ ਕਰਨ ਦੇਣੀ ਵੀ ਹਥਿਆਰਾਂ ਨੂੰ ਗਲੋਰੀਫਾਈ। ਮੇਰਾ ਖਿਆਲ ਇਹਦੇ 'ਤੇ ਇੱਕ ਸਟੱਡੀ ਮੰਗਦੇ ਹਾਂ ਆਪਾਂ ਨੂੰ ਇਹਦੀ ਸੋਸ਼ੀਓਲੋਜੀ ਸਟੱਡੀ ਹੋਣੀ ਚਾਹੀਦੀ ਆ। ਮੈਨੂੰ ਨਹੀਂ ਲੱਗਦਾ, ਮੈਨੂੰ ਕੋਈ ਐਸਾ ਲੱਗਦਾ ਨਹੀਂ ਤੁਹਾਨੂੰ ਕੀ ਲੱਗਦਾ ਆਸ਼ਕਤਾ ਬਣ ਸਕਦਾ ਕੋਈ ਗਾਣਾ ਸੁਣ ਕੇ ਲੱਕ 22 ਵਰਗਾ, ਕਿਉਂਕਿ ਉਹਦੇ 'ਚ ਰਿਸਕ ਬਹੁਤ ਘੱਟ ਆ। ਪਰ ਕੋਈ ਗੈਂਗਸਟਰ ਬਣਦਾ ਮੈਂ ਗਾਣੇ ਸੁਣ ਕੇ ਨਹੀਂ ਬਣਦਾ। ਸਮਾਜ ਦੇ ਹੋਰ ਬੜੀਆਂ ਵੱਡੀਆਂ ਸਟਰਕਚਰਲ ਪ੍ਰੋਬਲਮਸ ਆ ਜਿਹਦੇ ਕਰਕੇ ਕੋਈ ਗੈਂਗਸਟਰ ਬਣਦਾ ਜਾਂ ਉਸ ਰਾਹ ਚੱਲਦਾ। ਆਪਾਂ ਬਹੁਤ ਗੈਂਗਸਟਰਸ ਨੂੰ ਜਾਣਦੇ ਹਾਂ, ਆਪਣੇ ਆਪ ਦੀ ਨਿੱਜੀ ਲਾਈਫ 'ਚ ਹੀ ਜਾਣਦੇ ਹਾਂ, ਜਿਹੜੇ ਵੈਸੇ ਬਹੁਤ ਹੀ ਅੱਛੇ ਹਿਊਮਨ ਬੀਇੰਗ ਆ, ਬੜੇ ਨਿਰਮਲ ਹੈਗੇ ਆ, ਉਹ ਲੋਕਾਂ ਦੀ ਪ੍ਰੋਬਲਮਸ ਦੇ ਵੱਲ ਸੈਂਸਿਟਿਵ ਆ। ਕਿ ਉਹ ਗੈਂਗਸਟਰ ਇਸ ਕਰਕੇ ਬਣ ਗਏ ਕਿ ਉਹ ਗਾਣਾ ਸੁਣ ਕੇ ਗੋਲੀ ਚਲਾਤੀ ਉਹਨੇ, ਉਹਦੀਆਂ ਬੜੀਆਂ ਵੱਡੀਆਂ ਇਸ਼ੂਜ਼ ਆ ਉਹਨੇ ਕਿਤੇ ਅਨਿਆਂ ਹੁੰਦਾ ਵੇਖਿਆ, ਉਹਦੇ ਨਾਲ ਅਨਿਆਂ ਹੋਇਆ ਤਾਂ ਉਹਨੇ ਹਥਿਆਰ ਚੱਕਿਆ। ਤੇ ਉਹ ਤਾਂ ਪੰਜਾਬ ਚੱਕਦਾ ਰਹੂਗਾ। ਪੰਜਾਬ ਤੁਹਾਨੂੰ ਲੱਗਦਾ ਸਾਰੇ ਪੰਜਾਬ ਕੋਲ ਹਥਿਆਰ ਹੋਣੇ ਚਾਹੀਦੇ? ਮੈਂ ਤਾਂ ਇਹ ਕਹਿੰਦਾ ਕਿ ਫ੍ਰੀ ਹਥਿਆਰ ਅਵੇਲੇਬਲ ਹੋਣਾ ਚਾਹੀਦਾ। ਹਥਿਆਰ ਇੱਕ ਲੈਵਲ ਆਫ ਕੈਲੀਬਰ ਤੱਕ ਦੇ ਹਥਿਆਰ ਹੋਣੇ ਚਾਹੀਦੇ ਆ। ਪੰਜਾਬ ਵਰਗੀ ਸਟੇਟ ਦੇ ਵਿੱਚ ਜੇ ਹਥਿਆਰ ਹੋਣ ਤਾਂ ਕੋਈ ਨੁਕਸਾਨ ਨਹੀਂ। ਜੇ ਲੜਨਾ ਲੋਕਾਂ ਨੇ, ਪਿੱਛੇ ਜੇ ਆਪਾਂ ਸੁਸਾਈਡ ਦੀ ਮੈਂ ਤੁਹਾਡੀ ਵੀਡੀਓ ਹੀ ਦੇਖ ਰਿਹਾ ਸੀ, ਉਹ ਬੰਦੇ ਨੇ ਆਪਦੀ ਵਾਈਫ ਮਾਰੀ, ਪਤਾ ਨਹੀਂ ਕੀ ਕੀਤਾ ਨਾ। ਜੇ ਉਹਦੇ ਕੋਲ ਹਥਿਆਰ ਨਾ ਹੁੰਦਾ ਤਾਂ ਕਿ ਉਹਨੇ ਚਾਕੂ ਨਾ ਮਾਰ ਦੇਣੀ ਸੀ। ਸੋ ਹਥਿਆਰ ਰੱਖਣਾ ਇਹ ਜੀ ਸੋਸਾਇਟੀ ਦੇ ਵਿੱਚ ਕੋਈ ਬੁਰਾ ਨਹੀਂ। ਹਥਿਆਰਾਂ ਦੇ ਅਗੇਂਸਟ ਨੈਰੇਟਿਵ ਵੀ ਨਾ ਬਣਨ ਦਿਓ, ਠੀਕ ਆ। ਸਮਾਜ ਦੀਆਂ ਸਗੋਂ ਉਹਨਾਂ ਗਾਣਿਆਂ ਤੋਂ ਇਹ ਸਮਝੋ ਕਿ ਸਮਾਜ ਜਾ ਕਿੱਥੇ ਰਿਹਾ। ਜੇ ਉਹ ਗਾਣੇ ਇੱਕ ਚੰਗਾ ਸੰਦੇਸ਼ ਦਿੰਦੇ ਆ ਤਾਂ ਚੱਲਣ ਦਿਓ, ਜੇ ਉਹ ਗਾਣੇ ਮਾੜਾ ਸੰਦੇਸ਼ ਦੇ ਰਹੇ ਤਾਂ ਉਹਨਾਂ ਦਾ ਗਲਾ ਘੁੱਟਣ ਦੀ ਬਜਾਏ ਉਹਨਾਂ ਨੂੰ ਇਹ ਸਮਝੋ ਕਿ ਤੁਹਾਨੂੰ ਸ਼ੀਸ਼ਾ ਵਿਖਾ ਰਹੇ ਆ ਗਾਣੇ ਕਿ ਵੀ ਤੁਹਾਡਾ ਸਮਾਜ। ਫਿਰ ਇਹਦਾ ਲਾਸਟ ਕੀ ਆ? ਨਹੀਂ, ਤੁਹਾਨੂੰ ਇਹ ਲੱਗਦਾਗਾ ਕਿ ਇਸ ਤਰ੍ਹਾਂ ਦੀ ਗਾਇਕੀ ਦਾ, ਇਸ ਤਰ੍ਹਾਂ ਦਾ ਜਿਹੜਾ ਗਨ ਕਲਚਰ ਆ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆਇਆ, ਇਹਦੀ ਇਹ ਸਮੱਸਿਆ ਹੈ ਜਾਂ ਤੁਸੀਂ ਨੂੰ ਮੰਨਦੇ ਹੀ ਨਹੀਂ? ਨਹੀਂ, ਇਹ ਸਮੱਸਿਆ ਹੈ ਕਿ ਵੀ ਇਸ ਤਰੀਕੇ ਦੇ ਗਾਣੇ ਵੀ ਬਣ ਰਹੇ ਆ, ਗਾਣੇ ਵੀ ਆ, ਗੈਂਗਸਟਰ ਵੀ ਬਣ ਰਹੇ ਆ, ਔਰ ਕਿਤੇ ਨਾ ਕਿਤੇ ਤਾਂ ਇੰਪ੍ਰੈਸ ਕੋਈ ਚੀਜ਼ ਇੱਕ ਕਰਦੀ ਹੈ ਨਾ। ਮਤਲਬ ਇਹ ਤਾਂ ਗਲੋਰੀਫਿਕੇਸ਼ਨ ਕੀ ਹੁੰਦੀ ਹੈਗੀ? ਇਹ ਹੁੰਦੀ ਹੈ ਨਾ ਕਿ ਤੁਸੀਂ ਉਤਸ਼ਾਹਿਤ ਹੁੰਦੇ ਹੋ ਸਕਦਾ ਉਹਦੇ 'ਚ ਹੋਰ ਵੀ ਰੀਜ਼ਨ ਹੋਣ। ਕਿਸੇ ਦੇ ਗੈਂਗਸਟਰ ਬਣਨ ਦੇ 10 ਰੀਜ਼ਨ ਹੋ ਸਕਦੇ ਆ। ਉਹਦੀ ਕੋਈ ਨਿੱਜੀ ਲੜਾਈ ਹੋ ਸਕਦੀ ਆ, ਪੁਲਿਸ ਦਾ ਧੱਕਾ ਹੋ ਸਕਦਾ ਹੈ ਨਾ, ਉਹਦਾ ਸੁਭਾਅ ਹੋ ਸਕਦਾ, ਖਾੜਕੂ ਸੁਭਾਅ ਹੋ ਸਕਦਾ। ਪਰ ਉਹਦੇ 'ਚ ਇਹ ਵੀ ਤਾਂ ਉਹ ਜੇ ਕੋਈ ਖਾੜਕੂ ਸੁਭਾਅ ਦਾ ਮੰਨ ਲਓ, ਤਾਂ ਉਹ ਇੰਸਟੀਗੇਸ਼ਨ ਵੀ ਤਾਂ ਆਉਂਦੀ ਹੈ ਨਾ। ਮਤਲਬ ਕਿਸੇ ਕਾਜ ਲਈ ਬਣਨਾ ਅਲੱਗ ਗੱਲ ਹੈ। ਕੋਈ ਕਿਸੇ ਕਾਜ ਲਈ, ਕੋਈ ਆਰਮੀ ਜਾ ਰਿਹਾ, ਕਿਸੇ ਮੂਵਮੈਂਟ ਜਾ ਰਿਹਾ, ਕੋਈ ਮਾਰ ਧਾੜ ਲਈ ਬਣ ਰਿਹਾ ਹੈਗਾ, ਕ੍ਰਿਮੀਨਲ ਸਮਾਜ ਦੇ ਅੰਦਰ। ਉੱਥੇ ਮੈਂ ਦੋ ਚੀਜ਼ਾਂ ਕਹੂੰਗਾ ਜੀ। ਪਹਿਲੀ ਗੱਲ ਤਾਂ ਇਹ ਆ ਕਿ ਕੀ ਆਪਣੇ ਕੋਲ ਕੋਈ ਐਸੀ ਆਥੈਂਟਿਕ ਸਟੱਡੀ ਅਵੇਲੇਬਲ ਆ ਕਿ ਆਹ ਗਾਣਾ ਸੁਣ ਕੇ ਗੈਂਗਸਟਰ ਨੇ ਵੱਧ ਕਤਲ ਕਰਤੇ? ਮੈਂ ਤੁਹਾਡੇ ਤੋਂ ਪੁੱਛ ਰਿਹਾ ਕੀ ਇਹਦਾ ਅਸਰ ਹੈ। ਨਹੀਂ, ਮੈਂ ਆਬਜੈਕਟਿਵ ਇੰਨੀ ਸਬਜੈਕਟਿਵਿਟੀ 'ਚ ਨਹੀਂ ਨਾ ਜਾ ਸਕਦਾ। ਹਾਂ, ਮੈਂ ਇੱਕ ਆਬਜੈਕਟਿਵ ਗੱਲ ਕਰ ਰਿਹਾ ਕਿ ਮੇਰੇ ਹਿਸਾਬ ਨਾਲ ਇਹ ਕੋਈ ਐਕਸੈਪਸ਼ਨਲ ਅਟੈਂਪਟ ਹੋ ਸਕਦੀ ਹੈ ਕਿਸੇ ਵਿਗੜੇ ਅਮੀਰਜ਼ਾਦੇ ਦਾ ਗੈਂਗਸਟਰ ਬਣਨ ਦਾ ਕਾਰਨ ਹੋ ਸਕਦਾ। ਪਰ ਜਨਰਲੀ ਜਿਹੜਾ ਕੋਈ ਗੈਂਗਸਟਰ ਬਣਦਾ ਇੱਕ ਸੁਸਾਇਟੀ 'ਚ ਉੱਠ ਕੇ ਉਹ ਇਹ ਜਿਹਾ ਕੰਮ ਕਰਨ ਲੱਗਦਾ ਹੈ ਤਾਂ ਉਹ ਇਹਨਾਂ ਗਾਣਿਆਂ ਤੋਂ ਪ੍ਰਭਾਵਿਤ ਹੋ ਕੇ ਉਹ ਕੁਛ ਨਹੀਂ ਕਰਦਾ। ਉਹ ਸਮਾਜ ਦੇ ਫਿਰ ਇਹਦਾ ਹੱਲ ਕੀ ਹੈ? ਮੈਂ ਜਿਵੇਂ ਤਾਂ ਮੰਨ ਲਓ ਤੁਸੀਂ ਭਗਵੰਤ ਮਾਨ ਨੂੰ ਤੁਸੀਂ ਕੋਈ ਹੱਲ ਦੇਣਾ ਹੋਵੇ ਵੀ ਆਹ ਮਾਨ ਸਾਹਿਬ ਆਹ ਹੱਲ ਆ, ਦੱਸੋ ਕੀ ਹੱਲ? ਮੈਂ ਭਗਵੰਤ ਮਾਨ ਸਾਹਿਬ, ਮੈਂ ਇਹ ਕਹਿਣਾ ਚਾਹੂੰਗਾ ਕਿ ਸਾਡੀ ਸੁਸਾਇਟੀ ਦੇ ਵਿੱਚ ਐਟ ਲਾਰਜ ਨਿਹਿਲਿਜ਼ਮ ਮੀਨਸ ਕਿ ਵੱਡੇ ਪਰਪਸ ਦਾ ਖਾਤਮਾ ਹੋ ਗਿਆ। ਆਪਾਂ ਕਿਸਾਨ ਸੰਘਰਸ਼ ਵੇਲੇ ਵੇਖਿਆ ਕਿ ਜਦੋਂ ਪਰਪਸ ਵੱਡਾ ਹੋ ਗਿਆ ਸੀ ਤਾਂ ਗਾਣਿਆਂ ਦੇ ਵਿੱਚ ਵੀ ਅੰਤਰ ਆ ਗਿਆ ਸੀ, ਠੀਕ ਹੈ। ਸੋ ਸੁਸਾਇਟੀ ਦੇ ਵਿੱਚ ਇਹ ਆਏ ਨਾ ਪੈਚ ਵਰਕ ਕਰਨ ਦੀ ਲੋੜ ਨਹੀਂ। ਜਦੋਂ ਤੱਕ ਹੋਲਿਸਟਿਕ ਚੇਂਜ ਨਹੀਂ ਆਉਂਦੀ, ਮਤਲਬ ਕਿਸੇ ਵੀ ਗੱਲ ਨਹੀਂ, ਜਦੋਂ ਤੱਕ ਹੋਲਿਸਟਿਕ ਚੇਂਜ ਨਹੀਂ ਆਉਂਦੀ ਕਿਸੇ ਗੱਲ 'ਚ, ਕਿ ਉਦੋਂ ਤੱਕ ਫਿਰ ਜਿਹੜੇ ਛੋਟੇ ਹੋਰ ਐਫਰਟ ਨੇ ਹੋਣੇ ਚਾਹੀਦੇ ਜਾਂ ਨਹੀਂ ਹੋਣੇ ਚਾਹੀਦੇ? ਉਹਦੇ ਵਿੱਚ ਦੇਖੋ FIR ਵਰਗਾ ਐਫਰਟ ਤਾਂ ਮੈਂ ਨਹੀਂ ਮੰਨਦਾ। ਇਹ ਤਾਂ ਫੋਰਸ ਆ, ਇਹ ਤਾਂ ਸੈਂਸਰਸ ਇੱਕ ਤਰ੍ਹਾਂ ਦੀ ਉਹ ਵੀ ਹੈਗੀ ਕਿ ਆਪਾਂ ਇਹ ਕਰ ਸਕਦੇ ਹਾਂ ਕਿ ਸੈਮੀਨਾਰਸ ਕਰਾਈਏ, ਸਿੰਪੋਜ਼ੀਅਮ, ਇਹਦੇ ਤਾਂ ਕੋਈ ਟਾਰਗੇਟ ਜਾਣ ਤੇ ਆਪਾਂ ਜਨਰਲੀ ਅਵੇਅਰ ਕਰਾਈਏ ਉਹਨਾਂ ਨੂੰ ਕਿ ਵੀ ਥੋੜੇ ਬਹੁਤ ਭੜਕਾਊ ਹੋ ਜੇ ਨਾ ਗਾਓ ਤੁਸੀਂ, ਜਿਹੜੇ ਕਿ ਵੀ ਇੱਕ ਮੂਵਮੈਂਟ ਵੀ ਚਲਾਈ ਸੀ ਪਿੱਛੇ ਜਦੋਂ ਕੈਪਟਨ ਗਵਰਨਮੈਂਟ ਦੇ ਟਾਈਮ ਪੁਲਿਸ ਅਫਸਰ ਜਾਂ ਲੋਕਾਂ ਦੇ ਘਰਾਂ 'ਚ ਗਏ ਸੀਗੇ, ਉਹਨਾਂ ਨੂੰ ਕਿਹਾ ਸੀ ਕਿ ਯਾਰ ਥੋੜੇ ਗਾਣਿਆਂ ਦਾ ਟਰੈਕ ਬਦਲੋ। ਬਿਲਕੁਲ ਇਹ ਜਿਹੀ ਚੀਜ਼ਾਂ ਹੋ ਸਕਦੀਆਂ। ਆਪਾਂ ਸੈਮੀਨਾਰਸ ਕਰ ਸਕਦੇ ਹਾਂ, ਡਿਸਕਸ਼ਨਸ ਕਰ ਸਕਦੇ ਹਾਂ, ਸਟੱਡੀਜ਼ ਲਿਆ ਸਕਦੇ ਹਾਂ। ਪਰ ਇਹ ਕਹਿ ਦੇਣਾ ਵੀ ਪਰਚਾ ਦਰਜ ਕਰ ਦਾਂਗੇ, ਇਹ ਤਾਂ ਗਲ ਕੁੱਟਣ ਵਾਲੀ ਗੱਲ। ਫਿਰ ਤਾਂ ਬੜੀ ਆਰਬਿਟਰੀ ਹੋ ਗਈ ਵੀ ਕਿਹਦੇ ਤੇ ਦਰਜ ਕਰ ਦੋਗੇ। ਹੋ ਸਕਦਾ ਕੱਲ੍ਹ ਨੂੰ ਕੋਈ ਢਾਡੀ ਵਾਰ ਦੇ ਉੱਤੇ ਵੀ ਪਰਚਾ ਦਰਜ ਕਰਨ ਤੱਕ ਪਹੁੰਚ ਜਾਈਏ ਆਪਾਂ ਕੱਲ੍ਹ, ਉਹ ਵੀ ਤਾਂ ਕਿਤੇ ਗਾਣਾ IPC ਦੇ ਸੈਕਸ਼ਨ 'ਚ ਆ ਜਾਊਗੀ ਫਿਰ ਤਾਂ ਕਿ ਵੀ ਇਹ ਤਾਂ ਉਕਸਾ ਰਿਹਾ ਜੀ।
ਠੀਕ ਹੈ ਨਾ। ਸੋ ਆਪਾਂ ਕੋਈ ਲਾਈਨ ਡਰਾ ਕਰਨੀ ਹੈ, ਤੇ ਮੈਂ ਇਹ ਸਮਝਦਾ ਸਟੇਟ ਨੂੰ ਫੋਰਸ ਨਾਲ ਕੁਝ ਵੀ ਕਰਾਉਣਾ, ਜਿਹਦੇ ਪਿੱਛੇ FIR ਹੈ ਕਿ FIR ਦਾ ਮਤਲਬ ਤਾਂ ਫੋਰਸ ਹੀ ਪਿੱਛੇ ਲਾ ਰਹੇ ਹੋ ਨਾ, ਅਸੀਂ ਕਨਵਿੰਸ ਨਹੀਂ ਕਰ ਰਹੇ, ਕੰਸੈਂਸਸ ਬਿਲਡਿੰਗ ਨਹੀਂ ਕਰ ਰਹੇ। ਸੋ ਫੋਰਸ ਇੰਪਲੀਮੈਂਟ ਕਰਨ ਨਾਲੋਂ ਕੰਸੈਂਸਸ ਬਿਲਡਿੰਗ, ਹਾਂ ਕੰਸੈਂਸਸ ਬਿਲਡਿੰਗ ਸੈਂਸੇਸ਼ਨਲ ਨਹੀਂ ਹੋਊਗੀ ਹੈ ਤੇ ਜਲਦੀ ਨਹੀਂ ਹੋਊਗੀ, ਸਮਾਂ ਲੱਗੂਗਾ ਹੈ ਨਾ, ਉਹ ਐਫਰਟ ਵੀ ਜ਼ਿਆਦਾ ਮੰਗਦੀ ਹੈ, ਪਰ ਕੰਸੈਂਸਸ ਬਿਲਡਿੰਗ ਵੱਲ ਚੱਲਣਾ ਚਾਹੀਦਾ। ਖਾਸ ਕਰਕੇ ਮਾਨ ਸਾਹਿਬ ਨੂੰ, ਜਿਹੜੇ ਖੁਦ ਕਲਾਕਾਰੀ ਦੇ ਫੀਲਡ 'ਚੋਂ ਆਏ ਆ, ਜਿਹੜੇ ਖੁਦ ਸਮਝਦੇ ਆ ਕਿ ਉਹ ਜਿਹੜਾ ਕਲਾਕਾਰ ਲਿਖ ਰਿਹਾ ਕਿ ਉਹ ਤਰਜਮਾਨੀ ਕਰ ਰਿਹਾ ਹੈ, ਕਿ ਉਹ ਭੜਕਾ ਰਿਹਾ ਹੈ, ਕਿ ਉਹ ਲਾਈਨ ਨੂੰ, ਥਿਨ ਲਾਈਨਸ ਨੂੰ ਸਮਝਦੇ ਹੋਣਗੇ। ਇੱਕ ਇਹ ਗੱਲ ਜਿਹੜੀ ਦੁਨੀਆ 'ਚ ਆਪਾਂ ਦੇਖ ਰਹੇ ਯੂਕਰੇਨ ਵਾਰ ਬਾਰੇ ਹੁਣ, ਤੇ ਜਦੋਂ ਉਹਨਾਂ ਨੇ ਕਹਿਤਾ ਵਾਰ ਨਹੀਂ, ਇਹ ਇੱਕ ਕਨਫਲਿਕਟ ਹੈਗਾ, ਇੱਥੋਂ ਤੱਕ ਵੀ ਸੁਰੱਖਿਆ ਪਰਿਸ਼ਦ ਦੇ ਅੰਦਰ ਵੀ ਸਾਰੀ ਗੱਲਬਾਤ ਹੋਈ। ਉਹ ਤੋਂ ਬਾਅਦ ਸਟੇਟਮੈਂਟਸ ਹੀ ਆਏ ਆ ਕਿ ਬੇਸਿਕਲੀ ਯੂਕਰੇਨ ਅਮਰੀਕਾ ਦਾ ਜਿਹੜਾ ਹਥਿਆਰਾਂ ਦੇ ਨਾ ਵਿਕਣ ਦਾ ਕ੍ਰਾਈਸਿਸ ਸੀਗਾ, ਜਾਂ ਵੈਸਟ ਦਾ ਜਿਹੜਾ ਹਥਿਆਰ ਨਹੀਂ ਵਿਕ ਰਹੇ ਸੀ, ਉੱਥੇ ਇਹ ਜਾਣ ਕੇ ਜੰਗ ਸ਼ੁਰੂ ਕਰਵਾਈ ਗਈ। ਇਹ ਵੀ ਤਾਂ ਬਹੁਤ ਵੱਡੀਆਂ ਲੌਬੀਜ਼ ਨੇ ਨਾ ਹਥਿਆਰਾਂ ਵਾਲੀਆਂ। ਲਾਰਜਲੀ ਜਿਹੜਾ ਗਾ ਹਥਿਆਰ ਕੋਈ ਖਾਂਦਾ ਤਾਂ ਹੈ ਨਹੀਂ, ਕਿਸੇ ਨੇ ਹਥਿਆਰ ਬਣਾ ਲਏ, ਉਦੋਂ ਕਿਸੇ ਨੇ ਖਾਣੇ ਤਾਂ ਹੈ ਨਹੀਂ ਹਥਿਆਰ, ਤਾਂ ਫਿਰ ਜੰਗਾਂ ਲੱਗ ਕੇ ਜੰਗ ਲੱਗਦੇ ਨੇ, ਯੁੱਧ ਲੱਗਦੇ ਨੇ, ਮੂਵਮੈਂਟਾਂ ਸ਼ੁਰੂ ਹੁੰਦੀਆਂ ਨੇ, ਹਥਿਆਰਾਂ ਨੂੰ ਲੌਬੀਆਂ ਨੇਗੀਆਂ ਕਿ ਹਥਿਆਰ ਕਿਵੇਂ ਵਿਕਣ। ਨਹੀਂ, ਜਿਹੜੇ ਹਥਿਆਰ ਆਮ ਪਬਲਿਕ ਕੋਲ ਹੁੰਦੇ ਆ ਨਾ ਜੀ, ਉਹ ਤਾਂ ਕੋਈ ਜੰਗ ਯੁੱਧ ਵਾਲੇ ਹਥਿਆਰ ਨਹੀਂ ਹੁੰਦੇ। ਜੇ ਕਿਸੇ ਕੋਲੇ ਵੱਧ ਤੋਂ ਵੱਧ ਪੰਪ ਐਕਸ਼ਨ 12 ਬੋਰ ਵੀ ਪਈ ਹੈ ਤਾਂ ਉਹਨੇ ਕਿਹੜਾ ਹਥਿਆਰ ਅੱਜ ਦੇ ਸਮੇਂ 'ਚ ਉਹਨੇ ਕੀ ਕਰ ਦੇਣਾ। ਹਾਂ, ਉਹ ਸਗੋਂ ਇੱਕ ਸੈਲਫ ਡਿਫੈਂਸ ਵਾਸਤੇ ਕੰਮ ਹੋ ਸਕਦੀ ਹੈ। ਫੋਰ ਐਗਜ਼ਾਮਪਲ, ਮੇਰਾ ਘਰ ਜੇ ਬਾਹਰ ਆ ਤਾਂ ਜਿੰਨੀ ਦੇਰ ਮੈਨੂੰ ਪੁਲਿਸ ਏਡ ਆਉਂਦੀ ਆ ਜਾਂ ਰਿਸੋਰਸ ਆਉਂਦਾ, ਉਨੀ ਦੇਰ ਮੈਂ ਆਪਦੇ ਆਪ ਨੂੰ ਡਿਫੈਂਡ ਕਰ ਸਕਦਾ ਕਿਸੇ ਰੋਂਗ ਐਲੀਮੈਂਟ ਦੇ ਅਗੇਂਸਟ। ਠੀਕ ਹੈ ਜੀ, ਉਹ ਤਾਂ ਰਾਦਰ ਏਡ ਟੂ ਸੇਫਟੀ ਹੋਊਗੀ, ਨਾਟ ਅਗੇਂਸਟ ਸੇਫਟੀ। ਨਾ ਹੀ ਉਹ ਹਥਿਆਰਾਂ ਵਿਕਣ ਦੀ ਗੱਲ ਆ। ਦੂਜੀ ਗੱਲ ਆ, ਜੇ ਤੁਹਾਨੂੰ ਇਹ ਲੱਗਦਾ ਹੈ ਕਿ ਵੀ ਹਥਿਆਰ ਵਿਕਣ ਦੀ ਗੱਲ ਆ, ਤਾਂ ਜਿਹੜੇ ਲੈਵਲ ਦੇ ਉਹ ਹਥਿਆਰ ਹੈ, ਠੀਕ ਹੈ ਨਾ, ਜਿਹੜੇ ਲੈਵਲ ਦੇ ਇਹ ਹਥਿਆਰ, ਅੰਟਲ ਔਨਸ ਤੁਸੀਂ ਬ੍ਰਾਂਡਡ ਲੈਣਾ ਹੋਵੇ ਕੋਈ ਅੱਡ ਗੱਲ ਆ, ਪਰ ਜੇ ਨੋਰਮਲ ਰਿਵੋਲਵਰਸ ਤੋਂ ਲੈਣੇ ਤਾਂ ਭਾਰਤੀ ਆਰਡੀਨੈਂਸ ਫੈਕਟਰੀ ਦੇ ਬਹੁਤ ਸਸਤੇ ਹੈ, ਤਾਂ ਲੋਹਾ ਹੀ ਘੜਿਆ ਪਿਆ, ਬੜੇ ਸੌਖੇ ਅਤੇ ਸਿੰਪਲ ਬਣ ਜਾਂਦੇ ਆ, ਅਤੇ ਉਹ ਬਣਾਉਣੇ ਵੱਧ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਉਹਦੀ ਮਾਰਕੀਟ ਹੈਗੀ ਆ। ਪਰ ਇਹ ਕਹਿ ਦੇਣਾ ਵੀ ਹਥਿਆਰ ਜਿਹੜਾ ਰੱਖਣਾ ਉਹ ਬੁਨਿਆਦੀ ਹੱਕ ਹੈ ਇਨਸਾਨ ਦਾ, ਹੈ ਨਾ, ਉਹ ਪੋਲੀਟਿਕਸ ਹੱਕ ਹੈਗਾ। ਮਤਲਬ ਜਦੋਂ ਰਾਜਨੀਤੀ ਨਹੀਂ ਆਈ ਸੀ, ਉਦੋਂ ਵੀ ਪੁਰਾਣਾ ਹੱਕ ਆ ਤੁਹਾਡਾ ਇੱਕ ਹਥਿਆਰ ਰੱਖਣਾ, ਕਿਉਂਕਿ ਉਹ ਤੁਹਾਨੂੰ ਇੱਕ ਬੇਸਿਕ ਡਿਫੈਂਸ ਦਿੰਦਾ, ਇੱਕ ਸਿਕਿਉਰਿਟੀ ਦਿੰਦਾ। ਐਜ਼ ਅ ਇੰਡੀਵਿਜੂਅਲ ਤੁਸੀਂ ਬਾਹਲੇ ਜ਼ਿਆਦਾ ਸਿਕਿਉਰ ਹੁੰਦੇ ਹੋ। ਜਿਵੇਂ ਗੁਰੂ ਸਾਹਿਬ ਨੇ ਕਿਹਾ ਕਿ ਵੀ ਰਾਹ ਤੋਂ ਬਗੈਰ ਤਾਂ ਭੇਡ ਹੀ ਹੈ ਇਨਸਾਨ। ਆਪਾਂ ਤੁਸੀਂ ਜੇ ਬਹੁਤ ਸਾਰੇ ਧਰਮਾਂ ਦੇ ਅੰਦਰ ਇਸ ਗੱਲ ਦੀ ਵਕਾਲਤ, ਖਾਸ ਤੌਰ 'ਤੇ ਬੁੱਧਿਜ਼ਮ ਦੇ ਅੰਦਰ ਵੀ ਆਪਾਂ ਦੇਖਦੇ ਹਾਂ, ਹੋਰਾਂ ਜਿੱਥੇ ਇਹ ਸਾਰੀ ਮੁਕਤੀ ਵਾਇਲੈਂਸ ਦੇ ਉੱਤੇ ਬਹੁਤ ਵੱਡੀ ਇੱਕ ਚਰਚਾ ਗਈ, ਤਾਂ ਮਤਲਬ ਕਦੇ ਐ ਨਹੀਂ ਹੋਊ ਕੋਈ ਸੁਸਾਇਟੀ ਕਦੇ ਪੂਰਨ ਤੌਰ 'ਤੇ ਹਥਿਆਰ ਮੁਕਤ ਨਹੀਂ ਹੋ ਸਕਦੀ, ਕੋਈ ਸੁਸਾਇਟੀ ਕਦੇ ਵੀ ਬਿਨਾਂ ਕਨਫਲਿਕਟ ਤੋਂ ਨਹੀਂ ਹੋ ਸਕਦੀ। ਪ੍ਰੀ ਸੁਸਾਇਟੀ ਕਿਸੇ ਵੀ ਧਰਮ 'ਚ ਹਥਿਆਰ ਨੂੰ ਮਾੜਾ ਨਹੀਂ ਕਿਹਾ ਗਿਆ, ਐਕਸੈਪਟ ਜੈਨ ਧਰਮ ਦੇ ਵਿੱਚ, ਜਿੱਥੇ ਵਾਇਲੈਂਸ ਨੂੰ ਟੋਟਲੀ ਅਬੋਰ ਕੀਤਾ ਗਿਆ। ਇੱਕ ਸਿਰਫ ਜੈਨ ਪ੍ਰਿੰਸੀਪਲ ਆ, ਉਹਦੇ ਇਲਾਵਾ ਕੋਈ ਪ੍ਰਿੰਸੀਪਲ ਹੈ ਨਹੀਂ, ਅਤੇ ਕੋਈ ਵੀ ਐਸਾ ਧਰਮ ਹੈ ਨਹੀਂ ਜਿਹਦੇ ਵਿੱਚੋਂ ਟਾਇਰੈਂਟਸ ਨਹੀਂ ਪੈਦਾ ਹੋਏ ਅਤੇ ਜਿਹਦੇ ਵਿੱਚੋਂ ਚੰਗੇ ਲੋਕ ਨਹੀਂ ਪੈਦਾ ਹੋਏ। ਠੀਕ ਹੈ, ਮਤਲਬ ਈਵਨ ਬੁੱਧ ਧਰਮ ਨੂੰ ਮੰਨਣ ਵਾਲਿਆਂ 'ਚੋਂ ਪੋਲ ਪੋਟ ਪੈਦਾ ਹੋ ਗਿਆ ਸੀ। ਠੀਕ ਹੈ, ਉਹ ਪੈਦਾ ਹੋ ਗਿਆ ਅਲੱਗ ਗੱਲ ਆ, ਪਰ ਬੁੱਧ ਧਰਮ ਦੀ ਜਿਹੜੀ ਵਕਾਲਤ ਹੈ ਸ਼ੁਰੂਆਤੀ ਖਾਸ ਤੌਰ 'ਤੇ ਉਰੇ ਵੀ, ਇੱਥੇ ਜਦੋਂ ਸ਼ੰਕਰਾਚਾਰੀ ਵਾਲਾ ਦੌਰ ਚੱਲ ਰਿਹਾ, ਉਹ ਐਗਜ਼ਾਈਲ ਕਰ ਜਾਂਦੇ ਨੇ ਇੱਥੋਂ ਸਾਰਾ। ਉਹ ਲੜੇ ਆ, ਉਹਨਾਂ ਦੇ ਰਾਜੇ ਹੋਏ ਆ, ਉਹਨਾਂ ਨੇ ਵਾਰਫੇਅਰ ਕੀਤੀ ਹੈ, ਜੈਨੀਆਂ ਦੇ ਵੀ ਰਾਜੇ ਹੋਏ ਆ, ਵਾਰਫੇਅਰਸ ਵੀ ਕੀਤੀਆਂ ਉਹਨਾਂ ਨੇ। ਸੋ ਧਰਮਾਂ ਨੇ ਕੋਰ ਪ੍ਰਿੰਸੀਪਲ ਦੇ ਤੌਰ 'ਤੇ ਜੈਨਿਜ਼ਮ ਜਿਹੜਾ ਹੈਗਾ ਇੱਕ, ਉਹ ਸਿਰਫ ਹੀ ਕਹਿੰਦਾ ਹੈ ਕਿ ਨਹੀਂ ਹੋਣਾ ਚਾਹੀਦਾ ਹਥਿਆਰ। ਪਰ ਇਹ ਵੀ ਵੇਖੋ ਕਾਰਨਰ ਵੀ ਹੋ ਗਿਆ, ਫਲਸਫੇ ਵੱਧ ਵੀ ਨਹੀਂ ਸਕੇ ਇਸ ਕਰਕੇ ਕਿ ਕਿਤੇ ਨਾ ਕਿਤੇ ਹਥਿਆਰ ਫਲਸਫੇ ਨੂੰ ਵੀ ਪ੍ਰੋਟੈਕਟ ਕਰਨ ਦੇ ਕੰਮ ਆਉਂਦਾ ਹੈ। ਜਿਵੇਂ ਆਪਾਂ ਕਹਿੰਦੇ ਹਾਂ, ਮੈਂ ਇਹ ਕਹਿ ਰਿਹਾ ਕਿ ਬਿਨਾਂ ਵਾਇਲੈਂਸ ਤੋਂ ਸੁਸਾਇਟੀ ਇਮੈਜਿਨ ਨਹੀਂ ਕੀਤੀ ਜਾਂਦੀ, ਕਿਉਂਕਿ ਬਾਇਓਲੋਜੀਕਲ ਮੈਂ ਕਹਾਂ ਮਤਲਬ ਕੀ ਕਹੀਏ ਇਹਨੂੰ, ਵਾਇਲੈਂਸ ਨੂੰ ਬੰਦਾ ਸੈਲੀਬ੍ਰੇਟ ਤਾਂ ਨਹੀਂ ਕਰ ਸਕਦਾ, ਸੈਲੀਬ੍ਰੇਟ ਤਾਂ ਨਹੀਂ ਕਰ ਸਕਦਾ, ਪਰ ਇਹ ਜਿਹੜਾ ਧਰਤੀ ਦਾ ਸਾਰਾ ਚੱਕਰ ਚੱਲ ਰਿਹਾ, ਕੁਦਰਤ ਦਾ ਸਾਰਾ ਨਿਯਮ ਚੱਲ ਰਿਹਾ, ਠੀਕ ਹੈ, ਇਹ ਤਾਂ ਵਾਇਲੈਂਸ ਹੀ। ਇੱਕ ਨਿਜ਼ਮ ਐਜ਼ੀਕਲ ਦੀ ਕਵਿਤਾ ਇਹਦੇ ਬਾਰੇ, ਬਿਊਟੀ ਐਂਡ ਦੀ ਬੀਸਟ ਦੇ ਨਾਂ ਦੀ, ਕਿ ਵੀ ਸੁੰਦਰਤਾ ਕੀ ਹੈ ਨਾ, ਉਹ ਇੱਕ ਆਪਣਾ ਪਕਸ਼ੀ ਹੁੰਦਾ ਬਹੁਤ ਸੋਹਣਾ, ਜਾਂ ਸਰਵਾਈਵਲ ਆਫ ਫਿਟੈਸਟ ਆ ਜਿਹੜਾ, ਉਹ ਪਕਸ਼ੀ ਇੱਕ ਜਾਨਵਰ ਨੂੰ ਖਾ ਰਿਹਾ ਹੁੰਦਾ, ਇੱਕ ਲਿਜ਼ਰਡ ਨੂੰ ਖਾ ਰਿਹਾ ਹੁੰਦਾ, ਇੱਕ ਹੈ ਨਾ। ਹੁਣ ਇਹ ਸੁੰਦਰ ਆ ਹੈ ਕਿ ਇਹ ਟਰੋਮੈਟਿਕ ਆ, ਇਹ ਤਾਂ ਵੇਖਣ ਦਾ ਨਜ਼ਰੀਆ, ਉਹਦੇ ਵਾਸਤੇ ਉਹ ਖਾਣਾ, ਉਹਦੇ ਵਾਸਤੇ ਉਹ ਭੋਜਨ ਆ, ਠੀਕ ਹੈ ਨਾ। ਵਾਇਲੈਂਸ ਤਾਂ ਇਨਹੈਰੈਂਟ ਆ ਨੇਚਰ 'ਚ, ਵਾਇਲੈਂਸ ਤਾਂ ਨੇਚਰ ਦਾ ਹਿੱਸਾ ਹੈ। ਤਾਂ ਵਾਇਲੈਂਸ ਦਾ ਮਤਲਬ ਤੁਸੀਂ ਨਹੀਂ ਮੰਨਦੇ ਕਿਉਂਕਿ ਇਨਹੈਰੈਂਟ ਹੈਗਾ, ਐਗਜ਼ਿਸਟ ਹੀ ਕਰਦਾ ਹੈਗਾ ਬੰਦੇ ਦੀ ਬੋਡੀ ਦੇ ਅੰਦਰ ਤੋਂ ਲੈ ਕੇ ਕੁਦਰਤ ਦੇ ਅੰਦਰ। ਕਦੇ ਵੀ ਕੋਈ ਇਹੋ ਜਿਹੇ ਸਮਾਜ ਨਹੀਂ ਹੋਣਗੇ ਜਿਹੜੇ ਪੂਰਨ ਤੌਰ 'ਤੇ, ਕਦੇ ਕੋਈ ਵੀ ਇਹੋ ਜਿਹੇ ਸਮਾਜ ਨਹੀਂ ਹੋਣਗੇ। ਨਹੀਂ, ਇਹ ਜਾਂ ਇਸ ਲਈ ਕੁਦਰਤ ਤਾਂ ਨਹੀਂ, ਇਸ ਆ ਕੁਦਰਤ ਦਾ ਸਾਈਕਲ ਪ੍ਰੀ ਸੁਸਾਇਟੀ 'ਚ। ਪਰ ਉਸ ਤਰ੍ਹਾਂ ਦਾ ਵਾਇਲੈਂਸ ਥੋੜ੍ਹੀ ਹੈਗਾ ਜਿਹਦੀ ਮਾਰਕਸ ਗੱਲ ਕਰਦਾ, ਜਿਹੜਾ ਸਾਮਵਾਦੀ ਇੱਕ ਮਾਰਕਸ ਦੀ ਇੱਕ ਇਮੈਜੀਨੇਸ਼ਨ ਆ ਕਿ ਇੱਕ ਸਾਮਵਾਦ ਦੀ ਸਟੇਟ ਆਊਗੀ ਸਮਾਜਵਾਦ ਤੋਂ ਬਾਅਦ। ਮਾਰਕਸ ਦੀਆਂ ਜਿਹੜੀਆਂ 5 ਸਟੇਜਾਂ ਨੇ ਉਹ, ਹੈ ਨਾ ਜੀ, ਗੁਲਾਮਦਾਰੀ ਹੈ, ਫਿਰ
ਫਿਰ ਜਗੀਰਦਾਰੀ ਆ, ਫਿਰ ਪੂੰਜੀਵਾਦ ਆ, ਫਿਰ ਨਾ ਸਮਾਜਦਾਰੀ ਆ, ਫਿਰ ਉਹਦੇ 'ਚੋਂ ਕਹਿੰਦਾ ਗਿਆ ਕਿ ਸਾਮਵਾਦ ਦੀ ਸਟੇਜ ਆਊ, ਜਿਹੋ ਜਿਹੀ ਪ੍ਰੀ ਸੋਸਾਇਟੀ ਸੀਗੀ ਉਹੋ ਜਿਹਾ ਸੋਸਾਇਟੀ ਹੋ ਜੂ। ਪਰ ਉਹ ਵੀ ਤਾਂ ਵਾਇਲੈਂਸ ਇਹ ਕਹਿੰਦਾ ਨਾ ਕਿ ਇਨਸਾਨ ਦੇ ਵਿੱਚ ਵਾਇਲੈਂਸ ਨਹੀਂ ਹੋਊਗਾ, ਬਿਕੋਜ਼ ਅਸੀਂ ਵਾਇਲੈਂਸ ਦੇ ਐਕਸਪਲੋਇਟੇਸ਼ਨ ਦੀ ਚੀਜ਼ਾਂ ਕੱਢ ਦਾਂਗੇ, ਪਰ ਨੇਚਰ ਦਾ ਵਾਇਲੈਂਸ ਤਾਂ ਉਹ ਵੀ ਨਹੀਂ ਖਤਮ ਕਰਦਾ। ਵੀ ਉਹ ਕਹਿੰਦਾ ਵੀ ਮੱਛੀ ਫੜਾਂਗੇ ਆਪਾਂ ਬੈਠ ਕੇ ਆਰਾਮ। ਉਹਨੇ ਇੱਕ ਗੱਲ ਆਖੀ ਹੈ ਕਿ ਵੀ ਇਨਸਾਨ ਕੀ ਹੋਊਗਾ ਜਦੋਂ ਚਾਹੂਗਾ ਫਿਸ਼ਿੰਗ 'ਤੇ ਜਾਂਦਾ ਰਹੂਗਾ। ਉਹ ਫਿਸ਼ਿੰਗ ਦਾ ਪ੍ਰੋਸੈਸ ਵੀ ਤਾਂ ਆਪਦੇ ਆਪ 'ਚ ਇੱਕ ਵਾਇਲੈਂਸ ਹੀ ਹੈ ਨਾ, ਜਦੋਂ ਮੱਛੀ ਨੂੰ ਤੁਸੀਂ ਬਾਹਰ ਕੱਢ ਲਓਗੇ। ਹਾਂ, ਇਹ ਆ ਕਿ ਇਨਸਾਨ ਇੱਕ ਦੂਜੇ ਦੇ, ਇਹੀ ਮੈਂ ਦੁਬਾਰਾ ਕਹਿ ਰਿਹਾ ਨਾ ਕਿ ਮਾਨ ਸਾਹਿਬ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਵੀ ਕਿ ਇਸ ਸਮਾਜ ਦੇ ਵਿੱਚ ਐਸਾ ਕੀ ਹੋ ਰਿਹਾ, ਕਿੱਥੇ ਜਿਹਦੇ 'ਚੋਂ ਇਹ ਗਾਣੇ ਨਿਕਲ ਰਹੇ ਆ। ਠੀਕ ਹੈ ਨਾ, ਉਹ ਗਾਣੇ ਪਦਾਰਥਵਾਦ 'ਚੋਂ ਵੀ ਨਿਕਲਦੇ ਹੋ ਸਕਦੇ, ਨਿਊ ਲਿਬਰਲ ਨਵ ਉਦਾਰਵਾਦ ਕਈ ਕੁਰੀਤੀਆਂ ਵੀ ਨਾਲ ਆਪਦੇ ਲੈ ਕੇ ਆਉਂਦਾ, ਜਿੱਥੇ ਤੁਹਾਨੂੰ ਚੰਗੀ ਤਰੱਕੀ ਆ ਜਿਹੜੀ, ਹਾਂ ਉਹ ਤਰੱਕੀ ਵੀ ਲੈ ਕੇ ਆਉਂਦੀ ਹੈ। GDP ਦੀ ਗਰੋਥ ਰੇਟ ਵੀ ਜੇ ਇੱਕ ਤਾਂ ਨਾਲ ਦੀ ਨਾਲ ਹੋ ਜੇ ਤਾਂ ਉਹ ਵੀ ਨਾਲ ਦੀ ਨਾਲ ਕ੍ਰਾਈਮ ਵੀ ਵੱਧ ਜਾਂਦਾ। ਵੱਧਦੇ ਬੜਾ ਕੁਝ ਆਪਾਂ ਦੇਖਿਆ ਜਿਹੜੇ ਖਾਸ ਤੌਰ 'ਤੇ ਨੋਇਡਾ 'ਚ, ਚੰਡੀਗੜ੍ਹ ਦੇ ਨੇੜੇ ਤੇੜੇ ਜਿਨ੍ਹਾਂ ਦੇ ਜ਼ਮੀਨਾਂ ਮਹਿੰਗੀਆਂ ਹੋਈਆਂ, ਉਹਨਾਂ ਦੇ ਬਹੁਤ ਸਾਰੇ ਅਸਰ ਪਏ ਉਹਨਾਂ ਪਰਿਵਾਰਾਂ ਦੇ ਆ ਜਾਂਦਾ। ਉਹਨਾਂ ਦੇ ਬੱਚੇ ਸਮਾਜ ਦਾ ਬੜੇ ਅੰਗ ਹੁੰਦੇ ਆ, ਮਾਫੀਆਜ਼ ਆ ਜਾਂਦੇ ਆ, ਉਹ ਆ ਜਾਂਦੇ। ਸੋ ਇਹ ਕਹਿਣਾ ਕਿ ਅਸੀਂ FIR, ਮਤਲਬ ਮੈਂ ਇਹ ਪ੍ਰੋਸੈਸ ਤੋਂ ਅਗੇਂਸਟ ਹਾਂ। ਅਤੇ ਦੂਜਾ ਮੈਂ ਇਹ ਫੀਲ ਕਰਦਾ ਕਿ ਵੀ ਆਪਾਂ ਨੂੰ ਹਥਿਆਰ ਬੱਚਿਆਂ ਨੂੰ ਸਿਖਾਉਣੇ ਚਾਹੀਦੇ ਆ। ਹਥਿਆਰ ਅਨਿੱਖੜਵਾਂ ਅੰਗ ਰਿਹਾ ਇਸ ਏਰੀਏ। ਤੁਸੀਂ ਆਪਦੇ ਬੱਚਿਆਂ ਨੂੰ ਦਿੰਦੇ ਹੋ ਟ੍ਰੇਨਿੰਗ? ਮੈਂ ਤਾਂ ਪਾਇਆ ਪੋਸਟ 'ਚ ਕਿ ਉਹਨੂੰ ਆਖਿਆ ਭਾਈ ਆਪਣੇ ਬੱਚੇ ਨਹੀਂ ਚਲਾ ਸਕਦੇ ਕੋਈ, ਹੈ ਨਾ। ਮੈਂ ਤਾਂ ਇੱਕ ਦਿਨ ਚਿਕਨ ਖਵਾਉਣ ਵਾਸਤੇ ਉਹਨੂੰ ਕਿਹਾ ਭਾਈ ਪਹਿਲਾਂ ਚਿਕਨ ਵੱਢਦਾ ਤਾਂ ਵੇਖਿਆ ਕਰ, ਐਂ ਤਾਂ ਨਹੀਂ ਬਾਜ਼ਾਰੋਂ ਬਣਿਆ ਬਣਾਇਆ ਹੀ ਲੈ ਆਇਆ ਕਰ। ਬਈ ਯੂ ਮਸਟ ਸੀ ਦੈਟ ਪ੍ਰੋਸੈਸ, ਹੈ ਨਾ। ਉਸ ਪ੍ਰੋਸੈਸ 'ਚੋਂ ਤਾਂ ਲੰਘੋ ਤੁਸੀਂ, ਠੀਕ ਹੈ ਨਾ। ਅਤੇ ਅਸੀਂ ਤਾਂ ਮੇਰਾ ਖਿਆਲ ਬੇਕਿਰਕ ਹੋ ਜਾਂਦਾ ਬੰਦਾ, ਫਿਰ ਬੇਕਿਰਕ ਹੋਵੇ ਜਾਂ ਉਹਨੂੰ ਪਤਾ ਤਾਂ ਲੱਗੇ। ਸ਼ਾਇਦ ਉਹ ਕੋਈ ਪੋਇਟ ਬਣਨਾ ਹੋਵੇ ਚੰਗਾ, ਨਾ ਬਣ ਸਕੇ। ਨਹੀਂ, ਜੇ ਉਹ ਲਾਈਫ ਦੇ ਨੀਅਰ ਕਲੋਜ਼ਰ ਨਹੀਂ ਆਊਗਾ ਰੂਟਸ 'ਤੇ ਜਾਂ ਸਮਾਜ ਨੂੰ। ਹੁਣ ਜੇ ਮਤਲਬ ਉਹ ਸੋਚੇ ਕਿ ਵੀ ਜੇ ਬੰਦਾ ਰੋਜ਼ ਚੀਜ਼ਾਂ ਵੱਢਦੀਆਂ ਦੇਖ ਰਿਹਾ, ਫਰਕ ਤਾਂ ਮੈਂਟਲੀ ਤਾਂ ਫਰਕ ਤਾਂ ਪੈਂਦਾ ਨਾ। ਵੇਖੇ ਕਿਸੇ ਸਮੇਂ ਤਾਂ ਵੇਖੇ ਕਿ ਵੀ ਜਿਹੜਾ ਮੈਂ ਬਾਜ਼ਾਰੋਂ ਮੈਕਡੋਨਲਡ, ਜਿਵੇਂ ਇੱਕ ਜਲਾਦ ਦੀ ਮਾਨਸਿਕਤਾ, ਕਿਸੇ ਜਲਾਦ ਦੀ ਮਾਨਸਿਕਤਾ ਜਾਂ ਜਿਹੜਾ ਜੋ ਝਟਕਾਈ ਦੀ ਮਾਨਸਿਕਤਾ ਤੇ ਕਵੀ ਦੀ ਮਾਨਸਿਕਤਾ 'ਚ ਫਰਕ ਤਾਂ ਹੋਏਗਾ। ਨਹੀਂ ਦੇਖੋ, ਮੇਰਾ ਖਿਆਲ ਜਿਹੜੀ ਨਿਰਮਲਤਾ ਹੈ ਨਾ ਇਨਸਾਨ ਦੀ, ਉਹ ਸ਼ਾਇਦ ਪ੍ਰੋਫੈਸ਼ਨ ਨਾਲ ਲਿਮਿਟਡ ਨਹੀਂ ਗੀ। ਉਹਦੇ ਆਪਾਂ ਬਹੁਤ ਉਦਾਹਰਨਾਂ ਹੈ ਕਿ ਜਿੱਥੇ ਵੱਡੇ ਕਤਲੋਗਾਰਤ ਕਰਨ ਵਾਲੇ ਲੋਕ ਵੀ ਅੰਦਰ ਭਾਵਨਾ 'ਚ ਨਿਰਮਲ ਸੀਗੇ, ਠੀਕ ਹੈ। ਅਤੇ ਜਿਹੜੇ ਬਹੁਤ ਚੰਗੇ ਸੁਸਾਇਟੀ 'ਚ ਪਲੇ ਵੇ ਵੀ ਕਰੂਰ ਨਿਕਲੇ ਗਏ ਆ। ਸੋ ਇਹ ਤਾਂ ਬੜਾ ਮਤਲਬ ਜਜਮੈਂਟਲ ਹੋਣ ਵਾਲੀ ਗੱਲ ਆ ਕਿਸੇ ਬਾਰੇ। ਅਤੇ ਪਰ ਇਹ ਮੈਂ ਕਹੂੰਗਾ ਕਿ ਵੀ ਹਥਿਆਰਾਂ ਦੇ ਗਲੋਰੀਫਿਕੇਸ਼ਨ ਦੇ ਉੱਤੇ ਇੱਕ ਬਲੈਂਕਟ ਆਰਡਰ ਇੰਪਲੀਮੈਂਟ ਕਰ ਦੇਣਾ, ਉਹ ਤਾਂ ਫਰੀਡਮ ਆਫ ਸਪੀਚ ਨੂੰ ਵੀ ਰੋਕਣਾ ਹੈ, ਉਹ ਹਥਿਆਰਾਂ ਦੀ ਯੂਟਿਲਿਟੀ ਨੂੰ ਵੀ ਰੋਕਣਾ ਹੈ। ਇੱਕ ਮਾਈਨਰ ਇਹ ਉਹ ਗੱਲ ਆ ਕਿ ਮੇਰੀ ਚੀਚੀ 'ਤੇ ਕੋਈ ਦਰਦ ਹੋਣ ਲੱਗ ਜਾਏ, ਤੁਸੀਂ ਕਹੋ ਅਜੇਪਾਲ ਜੇ ਆਪਾਂ ਬਾਂਹ ਹੀ ਕੱਟ ਦੇਣੇ, ਅਸੀਂ ਆਪਾਂ ਹੀ ਨਿਬੇੜ ਦਿੰਦੇ ਹਾਂ, ਠੀਕ ਹੈ ਨਾ। ਇਹ ਗੱਲ। ਧੰਨਵਾਦ ਬਰਾੜ ਸਾਹਿਬ ਤੁਹਾਡਾ, ਬਹੁਤ ਵਧੀਆ ਗੱਲਾਂ ਹੋਈਆਂ ਹਰ ਵਾਰ ਦੀ ਤਰ੍ਹਾਂ। ਤਾਂ ਇਹ ਸਨ ਅਜੇਪਾਲ ਸਿੰਘ ਬਰਾੜ, ਜਿਹੜੇ ਬਹੁਤ ਸਾਰੇ ਮਸਲਿਆਂ 'ਤੇ ਬੋਲਦੇ ਨੇ, ਸਿੱਖ ਮਸਲਿਆਂ 'ਤੇ ਵੀ ਔਰ ਜੀਓ ਪੋਲੀਟਿਕਸ ਦੇ ਉੱਤੇ ਵੀ। ਤਾਂ ਹਥਿਆਰਾਂ ਨੂੰ ਲੈ ਕੇ ਚਰਚਾ ਪੰਜਾਬੀ ਸਮਾਜ 'ਚ ਹਮੇਸ਼ਾ ਰਹੀ ਹੈ। ਪੰਜਾਬੀ ਸਮਾਜ ਦਾ ਗੂੜਾ ਰਿਸ਼ਤਾ ਰਿਹਾ ਹਥਿਆਰਾਂ ਦੇ ਨਾਲ। ਵੱਖ-ਵੱਖ ਸਰਕਾਰਾਂ ਕਮੈਂਟ ਕਰਦੀਆਂ ਰਹੀਆਂ, ਉਹਦੀ ਆਲੋਚਨਾ ਵੀ ਹੁੰਦੀ ਰਹੀ ਹੈ। ਤਾਂ ਅਜੇਪਾਲ ਬਰਾੜ ਹੋਰੀ ਕਹਿ ਰਹੇ ਨੇ ਕਿ ਮਸਲੇ ਦੀ ਜੜ ਤੱਕ ਜਾਣ ਦੀ ਲੋੜ ਹੈ। ਜੇ ਜੜ ਤੱਕ ਜਾਓਗੇ ਤਾਂ ਸ਼ਾਇਦ ਇਸ ਤਰ੍ਹਾਂ ਦੇ ਗਾਣੇ ਹੀ ਨਹੀਂ ਆਉਣਗੇ, ਪਰ ਇਹਦੇ 'ਤੇ FIR ਦੀ ਗੱਲ ਕਰਨੀ ਠੀਕ ਨਹੀਂ ਆ।